स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी, दोनों ਨੂੰ जी आए। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਜਾਬ ਤੇ ਪੰਜਾਬੀ ਦੋਹਰੇ ਸੰਕਟਾਂ ਦੀ ਮਾਰ ਥੱਲੇ ਨੇ। ਇੱਕ ਤਾਂ ਅਸੀਂ ਬਹਿਸਾਂ ਤੋਂ ਭੱਜਦੇ ਆ, ਵਿਧਾਨ ਸਭਾ ਹੋਵੇ ਜਾਂ ਬਾਕੀ ਮੰਚ, ਤੇ ਦੂਜੇ ਬੰਨੇ ਬੌਧਿਕ ਕੰਗਾਲੀ ਦਾ ਵੀ ਸ਼ਿਕਾਰ ਆ। ਇਹ ਵਿਧਾਨ ਸਭਾ ਦੇ ਵਿੱਚ ਦੇਖਣ ਨੂੰ ਮਿਲਿਆ। ਇੱਕ ਵਾਰੀ ਫੇਰ ਵਿਧਾਨ ਸਭਾ ਦੀਆਂ ਬੈਠਕਾਂ ਘਟਾਤੀਆਂ ਗਈਆਂ ਨੇ ਔਰ ਦੂਜੇ ਬੰਨੇ ਇਹ ਸਾਡੀ ਤਰਾਸਦੀ ਹੈ ਕਿ ਬਹੁਤੇ ਮੈਂਬਰ ਤਿਆਰੀ ਦੇ ਬਿਨਾਂ ਆਏ ਹੋਏ ਸੀ, ਨਵੇਂ ਸੀ। ਇੱਕ ਚਾਮ ਹੀ ਹੁੰਦਾ, ਇੱਕ ਅੰਦਰ ਜਗਿਆਸਾ ਹੀ ਹੁੰਦੀ ਹੈ, ਕੁਝ ਪੁੱਛਣ ਦੀ, ਕੁਝ ਦੱਸਣ ਦੀ। ਐ ਜਿਵੇਂ ਸੁੰਨ ਜੀ ਵਰਤੀ ਰਹਿੰਦੀ ਆ ਤੇ ਜਿਹੜੇ ਸਵਾਲ ਆ ਰਹੇ ਆ ਉਹ ਬਹੁਤ ਹੀ ਮਿਆਰੋਂ ਊਣੇ ਨੇ। ਸਾਡੇ ਪੰਜਾਬ ਦੇ ਅਹਿਮ ਮੁੱਦੇ ਟੱਚ ਨਹੀਂ ਹੋ ਰਹੇ। ਸਾਡੇ ਐਮਐਲਏ ਤਿਆਰੀ ਕਿਉਂ ਨਹੀਂ ਕਰ ਰਹੇ? ਕੀ ਉਹਨਾਂ ਦੇ ਨਾਲ ਚੱਲਣ ਵਾਲੇ ਉਹਨਾਂ ਦੇ ਲੋਕ ਸਿਰਫ ਉਹਨਾਂ ਨੂੰ ਵਿਆਹਾਂ ਭੋਗਾਂ ਸ਼ਗਨਾਂ ਤੱਕ ਹੀ ਸੀਮਤ ਰੱਖ ਰਹੇ ਆ? ਦੂਜਾ ਸਵਾਲ, ਕੁੰਵਰ ਵਿਜੇ ਪ੍ਰਤਾਪ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਇਸ ਲੌਜਿਕ ਨਾਲ ਅੱਗੇ ਵਧਦੇ ਕਿ ਇਹ ਤਾਂ ਕਾਂਗਰਸ ਦੀ ਪਿਛਲੀ ਸਰਕਾਰ ਦੀ ਬਣਾਈ ਐਸਆਈਟੀ ਆ, ਇਹ ਤਾਂ ਬਦਲਣੀ ਚਾਹੀਦੀ ਹੈ, ਤੋਂ ਉਮੀਦ ਨਹੀਂ ਹੋ ਸਕਦੀ। ਅਫਸਰ ਕਿਸੇ ਵੀ ਧਿਰ ਦੇ ਨਾਲ ਵੱਜੇ ਹੁਣ ਮਾੜਾ ਹੈ। ਜੇ ਕੁੰਵਰ ਜੀ ਨੂੰ ਪਤਾ ਹੈ ਕਿ ਇਹ ਕਿਸੇ ਨਾਲ ਵਿਅਕਤੀ ਨਾਲ ਜਾਂ ਕਿਸੇ ਧਾਰਾ ਨਾਲ ਕਿਸੇ ਸਰਕਾਰ ਨਾਲ ਵੱਜੇ ਨੇ ਤਾਂ ਫਿਰ ਮਾੜੀ ਗੱਲ ਆ, ਵਿਅਕਤੀਗਤ ਤੌਰ ਤੇ ਨੂੰ ਲਿਆ ਜਾ ਸਕਦਾ, ਪਰ ਇਨ ਟੋਟੈਲਿਟੀ ਕੀ ਅਫਸਰ ਕਿਸੇ ਦੇ ਹੁੰਦੇ ਆ। ਇਹਦੇ ਅੱਗੇ ਚੱਲਾਂਗੇ। ਵਿਜੇ ਇੰਦਰ ਸਿੰਗਲਾ ਸਾਬਕਾ ਪੀਡਬਲਿਊਡੀ ਮਿਨਿਸਟਰ, ਬੜੇ ਪਾਵਰਫੁਲ ਬੰਦੇ ਸੀ। ਮੈਂ ਸਿਰਫ ਇੰਨੀ ਗੱਲ ਕਹਿਣ ਲੱਗਿਆ ਕਿ ਨੈਤਿਕਤਾ ਦੇ ਨਜ਼ਰੀਏ ਤੋਂ ਵਿਜੇ ਇੰਦਰ ਸਿੰਗਲਾ ਕੈਗ ਦੀ ਰਿਪੋਰਟ ਦੇ ਮਾਮਲੇ ਦੇ ਵਿੱਚ ਨੰਗੇ ਹੋ ਗਏ। ਤੁਸੀਂ ਸਾਰਾ ਯਾਰ ਘਰ ਨੂੰ ਹੀ ਖਿੱਚ ਕੇ ਲਈ ਜਾਓ, ਤੁਹਾਨੂੰ ਸਿਆਣਾ ਕੌਣ ਕਹੂਗਾ? ਤੁਹਾਨੂੰ ਬਣਾਇਆ ਕਿੰਨੇ ਲੋਕ ਇਹ ਪੁੱਛਣਗੇ? ਤੁਸੀਂ ਮੰਤਰੀ ਪੰਜਾਬ ਦੇ ਹੁੰਨੇ ਹੋ ਕਿ ਇੱਕ ਛੋਟੀ ਜੀ ਕਨਸਟੀਟੂਐਂਸੀ ਦੇ ਹੁੰਨੇ ਹੋ? ਛੋਟੇ ਮੋਟੇ ਮਤਲਬ ਤਾਂ ਰਹਿੰਦੇ ਆ, ਪਰ ਜਦੋਂ ਤੁਸੀਂ ਇਨਸਾਫ ਦੇ ਤਕਾਜ਼ਿਆਂ ਤੋਂ ਤੁਸੀਂ ਇਨਸਾਫ ਕਰਨ ਲਈ ਕੁਰਸੀ ਮੰਨ ਲੈਂਦੇ ਹੋ ਤੇ ਫਿਰ ਤੁਹਾਡੇ ਤੋਂ ਉਮੀਦ ਹੋਰ ਹੁੰਦੀ ਆ। ਪੀਐਮ ਸਿਕਿਉਰਿਟੀ ਬ੍ਰੀਚ ਦਾ ਮਾਮਲਾ 5 ਜਨਵਰੀ ਤੁਹਾਨੂੰ ਯਾਦ ਹੋਣਾ, ਅਸੈਂਬਲੀ ਚੋਣਾਂ ਤੋਂ ਪਹਿਲਾਂ ਵਰਦੇ ਮੀਂਹ 'ਚ ਪ੍ਰਧਾਨ ਮੰਤਰੀ 15-20 ਮਿੰਟ ਖੜੇ ਰਹੇ ਸੀਗੇ, ਅੱਜ ਤੱਕ ਇੱਥੇ ਕਾਰਵਾਈ ਨਹੀਂ ਹੋਈ। ਦੁਬਾਰਾ ਖਬਰਾਂ ਕਿਉਂ ਪ੍ਰਕਾਸ਼ਿਤ ਹੋਣ ਲੱਗੀਆਂ? ਜਾਂਦੇ ਹੋਏ ਉਹ ਕਹਿ ਗਏ ਸੀ ਸਿਕਿਉਰਿਟੀ ਵਾਲਿਆਂ ਨੂੰ, ਇੱਕ ਅਫਸਰ ਨੂੰ, ਮੁੱਖ ਮੰਤਰੀ ਸਾਹਿਬ ਨੂੰ ਕਹਿ ਦਿਓ ਮੈਂ ਜਿਉਂਦਾ ਪਰਤ ਆਇਆ। ਅਗਲੀ ਗੱਲ, ਬਿਜਲੀ ਦੇ ਕੱਟਾਂ ਸੰਬੰਧੀ ਇੰਨਾ ਪਹਿਲਾਂ ਹੀ, ਮਤਲਬ ਸਾਨੂੰ ਬਿਜਲੀ ਦੇ ਕੱਟ ਲਾਉਣ ਦੀ ਆਗਿਆ ਦਿਓ ਰੈਗੂਲੇਟਰ ਜੀ, ਇੰਨਾ ਪਹਿਲਾਂ ਹੀ ਪੀਐਸਪੀਸੀਐਲ ਕਿਉਂ ਮੰਗ ਰਹੀ ਆ? ਆਖਰ ਹੁਣੇ ਹੀ ਕੱਟ ਲਾਉਣੇ ਸ਼ੁਰੂ ਕਰਨੇ ਆ? ਅਜੇ ਤੇ ਔਖੇ ਦਿਨ ਆਉਣ ਵਾਲੇ ਆ। ਇੰਟਰਪੋਲ ਨੇ ਮੌੜ ਮੰਡੀ ਬੰਬ ਧਮਾਕੇ ਦੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕਰਤਾ। ਇੱਥੇ ਡੇਰਾ ਪ੍ਰੇਮੀਆਂ ਦੇ ਨਾਮ ਬੋਲਦੇ ਆ ਔਰ ਕਪਲ ਸਿੱਬਲ ਦੇ ਇਨਸਾਫ ਵਿੱਚ ਇਸ ਖਿੱਤੇ ਚੋਂ ਵੀ ਆਵਾਜ਼ ਗੂੰਜਣ ਲੱਗੀ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਬਿਨਾਂ ਕੋਈ ਸਮਾਂ ਜਾਇਆ ਕੀਤਿਆਂ ਮੈਨੂੰ ਇਹ ਦੱਸੋ ਕਿ ਵਿਧਾਨ ਸਭਾ ਦੀਆਂ ਸਿਟਿੰਗਸ, ਬੈਠਕਾਂ ਘਟਾਤੀਆਂ ਗਈਆਂ, ਕਿਉਂ ਘਟਾਤੀਆਂ ਗਈਆਂ? ਕੁਝ ਰੌਚਕ ਗੱਲਾਂ ਜਿਹੜੀਆਂ ਅਸੀਂ ਨਹੀਂ ਕੀਤੀਆਂ ਜਾਂ ਲੋਕਾਂ ਦੀ ਨਜ਼ਰ ਤੋਂ ਓਹਲੇ ਰਹਿ ਗਈਆਂ, ਤੁਸੀਂ ਉਸ ਗੈਲਰੀ 'ਚ ਬਹਿ ਕੇ ਦੇਖੀਆਂ ਹੁਣ, ਉਹ ਵੀ ਸਾਡੇ ਨਾਲ ਸਾਂਝੀਆਂ ਕਰ ਦਿਓ। ਇਹ ਜਿਹੜੇ ਉੱਥੇ ਕਾਲ ਪੈ ਗਏ, ਇਹ ਸਾਡਾ ਕਾਲ ਹੀ ਪਿਆ ਹੋਇਆ, ਜਿਹਨੂੰ ਕਹਿੰਦੇ ਨੇ ਕਿ ਕੋਈ ਵੱਡੇ ਮੁੱਦੇ ਉਠਾਉਣ ਲਈ ਕੋਈ ਵੱਡੀ ਹਸਤੀ ਬਣਨ ਲਈ ਤਿਆਰ ਹੀ ਨਹੀਂ। ਜਿਹੜੇ ਨਵੇਂ ਬੰਦੇ ਹੁੰਦੇ ਉਹਨਾਂ ਨੇ ਇਦਾਂ ਹੀ ਵੱਡੇ ਹੋਣਾ ਹੁੰਦਾ। ਕੋਈ ਇੱਕ ਦਿਨ 'ਚ ਵੀਰ ਦਵਿੰਦਰ ਸਿੰਘ ਨਹੀਂ ਬਣਦਾ, ਕੋਈ ਇੱਕ ਦਿਨ 'ਚ ਜਗਮੀਤ ਸਿੰਘ ਬਰਾੜ ਪੰਜਾਬ ਦੀ ਆਵਾਜ਼ ਵਜੋਂ ਨਹੀਂ ਪਛਾਣਿਆ ਜਾਂਦਾ, ਕੋਈ ਇੱਕ ਦਿਨ ਦੇ ਵਿੱਚ ਸੁਖਪਾਲ ਖਹਿਰਾ ਨਹੀਂ ਬਣਦਾ, ਤੇ ਕੋਈ ਇੱਕ ਦਿਨ 'ਚ ਜਾਖੜ ਪ੍ਰਤਾਪ ਬਾਜਵਾ ਤੇ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਬਣਦਾ। ਇਹਨਾਂ 'ਚੋਂ ਕਿਸੇ ਦੀ ਇੱਛਾ ਹੀ ਹੈ ਨਹੀਂ ਅੱਗੇ ਵਧਣ ਦੀ। ਬਿਲਕੁਲ, ਜੇ ਰੰਧਾਵਾ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ। ਜੇ ਮੈਂ ਸਟਾਰਟਿੰਗ ਤੋਂ ਹੀ ਦੱਸਾਂ ਕਿ ਜਿਹੜਾ ਪਹਿਲੀ ਗੱਲ ਤਾਂ ਇਹ ਰੌਲਾ ਪਾਉਂਦੇ ਰਹਿੰਦੇ ਆ ਕਿ ਅਸੀਂ ਲੰਬਾ ਸੈਸ਼ਨ ਕਰਾਂਗੇ, ਖੁੱਲ ਕੇ ਬੋਲਣ ਦੀ ਸਾਰਿਆਂ ਨੂੰ ਇਜਾਜ਼ਤ ਹੋਏਗੀ, ਜੋ ਮਰਜ਼ੀ ਬੋਲੋ, ਲਾਈਵ ਹੋਏਗਾ, ਸਭ ਕੁਝ ਹੋਏਗਾ। ਇਹ ਚੀਜ਼ਾਂ ਮੈਨੂੰ ਲੱਗਦਾ ਵੀ ਹੌਲੀ 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 ਇਹ ਸੰਕੀਰਣਤਾ ਵੱਲ ਵੱਧ ਰਹੀਆਂ ਨੇ। ਜੇ ਮੈਂ ਗੱਲ ਕਰਾਂ ਕਿ ਇਸ ਵਾਰ ਦਾ ਸੈਸ਼ਨ, ਜਿਹੜੇ ਅੱਗੇ 8 ਦਿਨ ਅਸੀਂ ਕਾਊਂਟ ਕੀਤੇ ਸੀ ਕਿ ਐਕਚੁਅਲੀ ਬੈਠਕਾਂ 8 ਹੀ ਹੋਣੀਆਂ ਨੇ, ਜਿਹੜਾ ਪਹਿਲਾਂ ਵਾਲਾ ਆਇਆ ਸੀ, ਠੀਕ ਹੈ 3 ਤਰੀਕ ਤੋਂ ਲੈ ਕੇ 24 ਤਰੀਕ ਤੱਕ ਕਿਹਾ ਗਿਆ ਵੀ ਸੈਸ਼ਨ ਚੱਲੇਗਾ, ਲੇਕਿਨ ਉਹ 'ਚ 12 ਤਾਂ ਇਕੱਠੀਆਂ ਹੀ ਛੁੱਟੀਆਂ ਲਗਾਤਾਰ ਹੀ ਸੀਗੀਆਂ। ਸੋ ਹੁਣ ਉਹ ਤੋਂ ਵੀ ਘਟਾਤਾ। ਉਹ ਇੱਕ ਜਿਹੜੀਆਂ ਡਬਲ ਸਿਟਿੰਗ ਸੀਗੀਆਂ ਉਹ ਸਾਰੀਆਂ ਖਤਮ ਕਰਤੀਆਂ, ਪਲੱਸ ਜਿਹੜੀ ਬਜਟ ਵਾਲੀ ਬਹਿਸ 1 ਦਿਨ ਤੱਕ ਹੀ ਸੀਮਿਤ ਕਰਤੀ, ਸਿਰਫ ਇੱਕੋ ਦਿਨ ਬਹਿਸ ਹੋਏਗੀ, ਉਸੇ ਦਿਨ ਹੀ ਕਨਕਲੂਡ ਹੋ ਜਾਏਗਾ। ਇਸੇ ਤਰ੍ਹਾਂ ਹੀ ਜਿਹੜੀ ਗਵਰਨਰ ਐਡਰੈਸ ਤੇ ਬਹਿਸ ਪਹਿਲਾਂ 1 ਦਿਨ ਦੀ ਸੀ, ਉਹ 2 ਦਿਨ ਜ਼ਰੂਰ ਕਰਤੀ ਹੈ, ਪਰ ਦਿਨ ਉਹੀ ਰੱਖਿਆ, ਉਹਦੇ 'ਚ ਕੋਈ ਐਡੀਸ਼ਨਲ ਨਹੀਂ ਕੀਤਾ। ਜਿਹੜਾ ਦਿਨ ਪਹਿਲਾਂ ਹੀ ਸੀ ਉਹਦੇ ਵਿੱਚ ਹੀ ਇਹ ਇੱਕ ਹੋਰ ਜਿਹੜਾ ਬਿਜ਼ਨਸ ਐਡ ਕਰਤਾ ਹੈ, ਦਿਨ ਨਹੀਂ ਵਧਾਇਆ ਇਹਦੇ ਵਿੱਚ। ਸੋ ਇਹ ਜਿਹੜਾ ਮੈਨੂੰ ਇਹ ਲੱਗ ਰਿਹਾ ਹੈ ਕਿ ਪਤਾ ਨਹੀਂ ਕਿਉਂ
ਸਰਕਾਰ ਇਸ ਤੋਂ ਭੱਜਣਾ ਚਾਹੁੰਦੀ ਹੈ ਜਾਂ ਆਪੋਜੀਸ਼ਨ ਵੀ ਇਸ ਨੂੰ ਕੋਈ ਇਤਰਾਜ਼ ਨਹੀਂ ਹੈ ਵੀ ਇਹ ਛੋਟਾ ਹੈਗਾ ਤਾਂ ਛੋਟਾ ਹੀ ਸਹੀ। ਤੇ ਕਿਉਂਕਿ ਉਹਨਾਂ ਨੇ ਕੱਲ ਕਿਸੇ ਬਹੁਤਾ ਇਸ ਤੇ ਕੋਈ ਗਿਆ ਹੀ ਨਹੀਂ, ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਟੇਬਲ ਹੋਈ ਕਿਸੇ ਨੇ ਕੋਈ ਇੱਥੇ ਇਤਰਾਜ਼ ਹੀ ਨਹੀਂ ਕੀਤਾ ਕਿ ਬਈ ਇੰਨਾ ਛੋਟਾ ਕਿਉਂ ਕਰੀ ਜਾ ਰਹੇ ਹੋ ਤੁਸੀਂ। ਪਹਿਲਾਂ ਤਾਂ ਕਹੀ ਜਾਂਦੇ ਸੀਐਮ ਸਾਹਿਬ ਤਾਂ ਕਹੀ ਜਾਂਦੇ ਸੀ ਜਿੰਨਾ ਆਪੋਜੀਸ਼ਨ ਬੋਲੇਗੀ ਓਨਾ ਬੋਲਣ ਦਿਓ। ਸੋ ਇਸ ਤੋਂ ਇਲਾਵਾ ਜਿਹੜਾ ਕੱਲ ਇੱਕ ਇੰਪੋਰਟੈਂਟ ਪੁਆਇੰਟ ਹੋਰ ਸੀ, ਨਹੀਂ ਉਹ ਸੀਗਾ ਜਦੋਂ ਜਦੋਂ ਸੀਐਮ ਸਾਹਿਬ ਇਹ ਕਹਿੰਦੇ ਸੀ ਕਿ ਜਿੰਨਾ ਵਿਰੋਧੀ ਬੋਲਣਾ ਚਾਹੁੰਦੇ ਬੋਲਣ ਦਿਓ, ਪ੍ਰਤਾਪ ਬਾਜਵੇ ਨੇ ਤੇ ਜੇ 4 ਲਫ਼ਜ਼ ਗਏ ਸੀ ਤੇ ਮੁੱਖ ਮੰਤਰੀ ਸਾਹਿਬ ਉਲਝ ਗਏ। ਮੁੱਖ ਮੰਤਰੀ ਸਾਹਿਬ ਕੋਲ ਅਖੀਰ ਦੇ ਵਿੱਚ ਇਹਦੇ ਤੇ ਜਵਾਬ ਦੇਣ ਲਈ ਖੁੱਲਾ ਟਾਈਮ ਸੀ। ਉਹ ਇੱਕ ਇੱਕ ਨੁਕਤੇ ਨੂੰ ਨੋਟ ਕਰਕੇ ਜਲੂਸ ਕੱਢ ਦਿੰਦੇ ਆਪਣੀ ਸ਼ੈਲੀ। ਉਹਦੇ ਚ ਵਿਅੰਗ ਵੀ ਹੁੰਦਾ, ਚੋਭਾਂ ਵੀ ਹੁੰਦੀਆਂ, ਸਖਤੀ ਵੀ ਹੁੰਦੀ, ਅੱਖਾਂ ਚ ਅੱਖਾਂ ਪਾਉਣ ਦੀ ਗੱਲ ਵੀ ਹੁੰਦੀ। ਫਿਰ ਮਗਰੋਂ ਕਿਹਨੇ ਬੋਲਣਾ ਸੀ? ਛਾ ਜਾਣਾ ਸੀ ਭਗਵੰਤ ਸਿੰਘ ਮਾਨ ਨੇ। ਪਰ ਆਖਰ ਕੀ, ਜਦੋਂ ਪ੍ਰਤਾਪ ਸਿੰਘ ਬਾਜਵਾ ਚੋਭਾਂ ਲਾ ਰਹੇ ਸੀਗੇ, ਭਗਵੰਤ ਮਾਨ ਨੂੰ ਇਹ ਲੱਗਿਆ ਕਿ ਮੇਰੇ ਬਿਨਾ 92 ਦੇ ਵਿੱਚੋਂ ਕੋਈ ਹੋਰ ਹੈ ਹੀ ਨਹੀਂ, ਇਸੇ ਕਰਕੇ ਮੁੱਖ ਮੰਤਰੀ ਨੂੰ ਅੱਗੇ ਆਉਣਾ ਪਿਆ। ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਮੁੱਖ ਮੰਤਰੀ ਹੀ ਰਹਿਣਗੇ। ਉਹਨਾਂ ਤੋਂ ਮਾਫੀ ਦਾ ਮਾਮਲਾ ਆ ਗਿਆ ਕਿ ਮਾਫੀ ਮੰਗਾਓ। ਹੁਣ ਮੁੱਖ ਮੰਤਰੀ ਮਾਫੀ ਮੰਗੇ ਚੰਗਾ ਲੱਗਦਾ? ਇਹਦਾ ਮਤਲਬ ਇਹ ਖੁਦ ਪਰਿਸਥਿਤੀਆਂ ਪੈਦਾ ਕਰ ਲਈਆਂ ਗਈਆਂ, ਉਲਝਣ ਚ ਆ ਫਸ ਗਏ। ਬਿਲਕੁਲ ਇਹ ਠੀਕ ਗੱਲ ਰੰਧਾਵਾ ਸਾਹਿਬ ਤੁਸੀਂ, ਕਿਉਂਕਿ ਆਮ ਤੌਰ ਤੇ ਹੁੰਦਾ ਹੈ ਉਹ ਕਿ ਜਦੋਂ ਚੀਫ ਮਿਨਿਸਟਰ ਐਡਰੈਸ ਬਹਿਸ ਨੂੰ ਸਮੇਟਦਾ ਹੈ, ਉਹਨੂੰ ਇੱਕ ਦਿਨ ਪੂਰਾ ਮਿਲਦਾ ਹੈ ਔਰ ਉਹਦੇ ਲਈ ਕੋਈ ਟਾਈਮ ਲਿਮਿਟ ਵੀ ਨਹੀਂ ਹੁੰਦੀ। ਅਸਲ 'ਚ ਦਿੱਕਤ ਕੀ ਹੋ ਰਹੀ ਹੈ, ਮੈਂ ਤੈਨੂੰ ਸਿਰਫ ਉਸ ਦਿੱਕਤ ਤੇ ਇੱਕ ਤੁਹਾਨੂੰ ਧਿਆਨ ਦਿਵਾਉਣਾ ਚਾਹੁੰਦਾ। ਦਿੱਕਤ ਇਹ ਹੋ ਰਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮੈਂ ਕੋਈ ਵੀ ਚੀਫ ਮਿਨਿਸਟਰ ਏਦਾਂ ਦਾ ਨਹੀਂ ਦੇਖ ਰਿਹਾ ਜਿਹੜਾ ਬਹਿਸ ਨੂੰ ਪੂਰਾ ਸੁਣੇ, ਕੱਲੇ ਕੱਲੇ ਐਮਐਲਏ ਨੂੰ ਸੁਣੇ ਕਿ ਉਹ ਕੀ ਕਹਿ ਰਿਹਾ ਹੈ, ਉਹਨੂੰ ਨੋਟ ਡਾਊਨ ਕਰੇ, ਫਿਰ ਉਹਦਾ ਜਦੋਂ ਬਹਿਸ ਨੂੰ ਸਮੇਟ ਕੇ ਉਹਦਾ ਜਵਾਬ ਦੇਵੇ ਤਾਂ ਉਹ ਸਾਰੇ ਨੁਕਤਿਆਂ ਨੂੰ ਉਹਦੇ 'ਚ ਸ਼ਾਮਲ ਕਰੇ। ਕੈਪਟਨ ਅਮਰਿੰਦਰ ਸਿੰਘ ਵੀ 5 ਸਾਲ ਜਿਹੜੇ ਆਪਣੇ ਉਹਨਾਂ ਨੇ ਕੱਟੇ ਹੈ, ਪੰਜੋ ਵਾਰੀ ਜਦੋਂ ਗਵਰਨਰ ਐਡਰੈਸ ਤੇ ਬਹਿਸ ਹੋਈ ਹੈ ਉਹਨਾਂ ਨੇ ਇੱਕ ਦਿਨ ਵੀ ਬੈਠ ਕੇ ਨਹੀਂ ਸੁਣੀ ਕਦੇ, ਔਰ ਉਹ ਜੋ ਐਡਰੈਸ ਹੁੰਦਾ ਸੀ ਉਸੇ ਤੇ ਆਪਣੀਆਂ ਉਪਲਬਧੀਆਂ ਫੇਰ ਗਿਣਾ ਦਿੰਦੇ ਸੀਗੇ। ਇਸੇ ਤਰ੍ਹਾਂ ਹੀ ਭਗਵੰਤ ਮਾਨ ਹੋਰਾਂ ਨੂੰ ਮੈਂ ਪਿਛਲੀ ਵਾਰ ਵੀ ਦੇਖਿਆ ਜਦੋਂ ਜੂਨ ਦੇ ਵਿੱਚ ਪਹਿਲਾਂ ਉਸ ਤੋਂ ਐਡਰੈਸ ਹੋਇਆ ਸੀ, ਉਹ ਵੀ ਬੈਠੇ ਨਹੀਂ, ਹੁਣ ਵੀ ਨਹੀਂ ਬੈਠ ਰਹੇ। ਕੱਲ ਬਹਿਸ ਸੀਗੀ, ਉਹ ਬਹੁਤ ਥੋੜਾ ਸਮੇਂ ਲਈ ਆਏ ਔਰ ਆਪਣਾ ਜਦੋਂ ਬਾਜਵਾ ਸਾਹਿਬ ਬੋਲ ਰਹੇ ਸੀ ਬੋਲ ਕੇ ਚਲੇ ਗਏ। ਜਦਕਿ ਚੀਫ ਮਿਨਿਸਟਰ ਨੂੰ ਬੈਠਣਾ ਚਾਹੀਦਾ ਹੈ ਔਰ ਨੋਟ ਕਰਨੀ ਚਾਹੀਦੀ ਹੈ ਹਰ ਗੱਲ ਕਿ ਕੌਣ ਐਮਐਲਏ ਕੀ ਕਹਿ ਰਿਹਾ, ਕਿਉਂਕਿ ਬਹੁਤ ਛੋਟੇ ਮੁੱਦੇ ਕਈ ਵਾਰ ਹੁੰਦੇ ਆ ਚੀਫ ਮਿਨਿਸਟਰ ਤੱਕ ਪਹੁੰਚਦੇ ਹੀ ਨਹੀਂ ਹੈ। ਉਹ ਇੱਕ ਐਮਐਲਏ ਕਿਉਂਕਿ ਕੰਸਟੀਚੁਐਂਸੀ 'ਚ ਹੁੰਦਾ, ਉਹਨੂੰ ਜ਼ਿਆਦਾ ਪਤਾ ਹੁੰਦਾ ਔਰ ਉਹ ਉਠਾ ਦਿੰਦਾ, ਪਰ ਉਹ ਹੁੰਦਾ ਵੱਡਾ ਹੈ ਲੇਕਿਨ ਕਈ ਵਾਰ ਆਂਦਾ ਨਹੀਂ, ਸਾਡੇ ਮਾਈਂਡ 'ਚ ਨਹੀਂ ਆਂਦਾ। ਕਈ ਵਾਰ ਸੁਝਾਅ ਬਹੁਤ ਅੱਛੇ ਆਂਦੇ ਹੈਗੇ ਆ। ਤੁਸੀਂ ਦੇਖਿਓ, ਅਗਰ ਤੁਸੀਂ ਤੁਹਾਨੂੰ ਮਿਲੇ ਪੁਰਾਣੇ ਜਿਹੜੀਆਂ ਡਿਬੇਟਸ ਹੋਈਆਂ ਨੇ ਉਸ 'ਚ ਤੁਸੀਂ ਕਦੀ ਦੇਖਿਓ ਜਦੋਂ ਪ੍ਰਕਾਸ਼ ਸਿੰਘ ਬਾਦਲ ਜਵਾਬ ਦਿੰਦੇ ਸੀਗੇ ਉਹ ਕੱਲੇ ਐਮਐਲਏ ਦਾ ਨਾਮ ਲੈ ਕੇ ਕਿ ਤੁਸੀਂ ਇਹ ਇਸ਼ੂ ਉਠਾਇਆ ਸੀ, ਇਹਦਾ ਆ ਜਵਾਬ ਹੈ, ਇਹ ਇਸ਼ੂ ਉਠਾਇਆ ਸੀ ਇਹਦਾ ਇਹ ਜਵਾਬ। ਇਹ ਬੜੀ ਦਿੱਕਤ ਵਾਲੀ ਗੱਲ ਸੀ। ਕੱਲ ਮੈਨੂੰ ਨਹੀਂ ਸਮਝ ਆਈ ਕਿ ਭਗਵੰਤ ਮਾਨ ਕਿਉਂ ਉੱਠ ਗਏ। ਉਹਨਾਂ ਨੂੰ ਤਾਂ ਪੂਰਾ ਦਿਨ ਮਿਲਣਾ ਹੀ ਹੈ ਕੱਲ, ਔਰ ਕੱਲ ਉਹ ਪੂਰਾ ਜਵਾਬ ਦੇ ਅੱਜ, ਯਾਨੀ ਕਿ ਜੋ ਮਿਲਣਾ ਸੀ ਉਹਨਾਂ ਨੂੰ ਦਿਨ, ਅੱਜ ਪੂਰਾ ਜਵਾਬ ਦਿੰਦੇ, ਨੋਟ ਕਰਦੇ, ਇੱਕ ਇੱਕ ਚੀਜ਼ ਨੋਟ ਕਰਦੇ। ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਕੋਲ ਸ਼ੈਲੀ ਹੈ, ਭਾਸ਼ਣ ਦੇਣ ਦੀ ਸ਼ੈਲੀ ਹੈ ਜਾਂ ਗੱਲ ਕਰਨ ਦੀ ਸ਼ੈਲੀ ਹੈ, ਮੈਨੂੰ ਲੱਗਦਾ ਕਿ ਉਹ ਤਾਂ ਜਿੰਨਾ ਮਰਜ਼ੀ ਟਾਈਮ, ਜਿੰਨੇ ਮਰਜ਼ੀ ਲੋਕਾਂ ਨੂੰ ਮਤਲਬ ਉਹਦੇ ਚ ਘਸੀਟ ਸਕਦੇ ਸੀ। ਉਹਨਾਂ ਕੋਲ ਕੋਈ ਬੈਗੇਜ ਨਹੀਂ ਹੈ ਆਪਣੇ। ਇੰਦਰਪ੍ਰੀਤ ਜੀ, ਇੱਕ ਇਹਦੇ ਚ ਹੋਰ ਰੌਚਕ ਗੱਲ ਹੈ, ਮੰਨ ਲਓ ਇਸ ਸਦਨ ਦੇ ਵਿੱਚ ਇੰਨੇ ਫੈਮਿਲੀਅਰ ਚਿਹਰੇ ਹੈ ਕਿੰਨੇ ਕਾ, ਜੇ ਭਗਵੰਤ ਮਾਨ ਸਾਹਿਬ ਬਤੌਰ ਮੁੱਖ ਮੰਤਰੀ ਸਦਨ ਚ ਰਹਿੰਦੇ ਆ ਤੇ ਉਹਦੀ ਰੌਚਕਤਾ ਬਣੀ ਰਹਿੰਦੀ ਆ, ਉਹਦੇ ਚ ਜਿਗਿਆਸਾ ਬਣੀ ਰਹਿੰਦੀ ਆ। ਗੈਲਰੀਆਂ ਚ ਬੈਠੇ ਵਿਅਕਤੀ ਬਹਿਣ ਤੋਂ ਅਕਤਾਉਂਦੇ ਨਹੀਂ, ਨੀਰਸਤਾ ਨਹੀਂ ਆਉਂਦੀ। ਜਦੋਂ ਮੰਨ ਲਓ ਕਿ ਵਿਰੋਧੀ ਧਿਰ ਵਾਕਆਊਟ ਕਰ ਗਈ, ਬਾਜਵਾ ਜਾਂ ਸੁਖਜਿੰਦਰ ਰੰਧਾਵਾ ਜਾਂ ਸੁਖਪਾਲ ਖਹਿਰਾ ਜਾਂ ਰਾਜਾ ਵੜਿੰਗ ਜਾਂ ਬਾਕੀ ਲੋਕ ਜਦੋਂ ਵਾਕਆਊਟ ਕਰ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਸਦਨ ਦੇ ਵਿੱਚ ਭਗਵੰਤ ਮਾਨ ਵੀ ਨਹੀਂ ਹੁੰਦੇ, ਬਾਕੀ ਬਚਦਾ ਕੀ ਆ? ਫਿਰ ਉੱਥੇ ਕਿਸੇ ਦੀ ਦਿਲਚਸਪੀ ਬੋਲਣ 'ਚ ਵੀ ਘੱਟ ਹੋ ਜਾਂਦੀ ਹੈ, ਐਮਐਲਏਸ ਦੇ ਵਿੱਚ ਵੀ ਉਤਸ਼ਾਹ ਨਹੀਂ ਬਚਦਾ। ਇਹ ਆਮ ਦੇਖਿਆ ਜਾਂਦਾ। ਸੋ ਮੈਨੂੰ ਲੱਗਦਾ ਹੈ ਕਿ ਇਹ 10-12 ਦਿਨ ਜੇ ਤੁਸੀਂ ਨਿੱਠ ਕੇ ਪੰਜਾਬ ਨੂੰ ਦਿਖਾ ਰਹੇ ਹੋ ਆਪਣਾ ਆਪ, ਤੁਸੀਂ ਬਾਕੀ ਸਾਰੇ ਰੁਝੇਵੇਂ ਸੰਕੋਚ ਸਕਦੇ ਹੋ, ਉਹਨਾਂ ਨੂੰ ਦਿਨ ਦੇ ਅੱਗੇ ਪਿੱਛੇ ਕਰ ਸਕਦੇ ਹੋ। ਤੁਸੀਂ ਅੰਮ੍ਰਿਤਸਰ ਆਉਣਾ ਤੇ ਰਾਤ ਨੂੰ ਵੀ ਆ ਸਕਦੇ ਸੀਗੇ, ਤੁਸੀਂ ਅਨੰਦਪੁਰ ਸਾਹਿਬ ਜਿਵੇਂ ਜਲਦੀ ਚਲੇ ਗਏ ਸਵੇਰੇ, ਉਹ ਤੁਹਾਡੀ ਆਪਣੀ ਸ਼ਰਧਾ ਹੈ, ਲੇਕਿਨ ਬਾਕੀ ਦਿਨ ਜਿਹੜਾ ਸਦਨ ਦਾ ਟਾਈਮ ਉਹ ਤੁਸੀਂ ਸਦਨ 'ਚ ਦਿਓ ਜੀ। ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੈਂ ਇਸੇ ਪੁਆਇੰਟ ਨੂੰ ਉਠਾ ਰਿਹਾ ਸੀਗਾ ਕਿ ਚੀਫ ਮਿਨਿਸਟਰ ਨੂੰ ਤਾਂ ਜਦੋਂ ਗਵਰਨਰ ਐਡਰੈਸ ਤੇ ਬਹਿਸ ਹੋ ਰਹੀ ਵੀ ਉਹ ਪੂਰਾ ਨਿੱਠ ਕੇ ਬੈਠਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਇਸ਼ੂਜ਼, ਔਰ ਮੈਨੂੰ ਲੱਗਦਾ ਕਿ ਬੇਸ਼ੱਕ ਉਹ ਆਪਣੇ ਐਮਐਲਏਜ਼ ਨੂੰ ਘੱਟ ਟਾਈਮ ਦੇਵੇ, ਕਿਉਂਕਿ ਜਦੋਂ ਤੁਸੀਂ ਗਵਰਨਰ ਐਡਰੈਸ ਤੇ ਬੋਲ ਰਹੇ ਹੋ ਤਾਂ ਸਰਕਾਰ ਦਾ ਹੀ ਨੋਟ ਹੈ, ਤਾਂ ਉਹਦੇ ਚ ਤਾਂ ਸਰਕਾਰ ਨੇ ਆਲਰੇਡੀ 10 ਤੱਕ ਗਵਰਨਰ ਸਾਹਿਬ ਪੂਰਾ ਪੜ੍ਹ ਗਏ, ਤੇ ਜਦੋਂ ਜਿਹਨੇ ਧਰਨੇ ਦੀ ਬਹਿਸ ਦੀ ਸ਼ੁਰੂਆਤ ਕੀਤੀ ਹੈ
ਉਹ ਵੀ ਉਹੀ ਚੀਜ਼ਾਂ ਪੜ੍ਹ ਰਿਹਾ ਹੈ, ਫਿਰ ਜਿਹੜਾ ਪ੍ਰੌੜਤਾ ਕਰ ਰਿਹਾ ਉਹ ਵੀ ਉਹੀ ਚੀਜ਼ਾਂ ਪੜ੍ਹ ਰਿਹਾ ਹੈ। ਐਕਚੁਅਲੀ ਤਾਂ ਇਹ ਜਿਹੜਾ ਟਾਈਮ ਹੁੰਦਾ ਹੈ ਇਹ ਓਪੋਜੀਸ਼ਨ ਦਾ ਹੁੰਦਾ, ਓਪੋਜੀਸ਼ਨ ਨੂੰ ਹੀ ਇਹ ਦੇ ਵਿੱਚ ਨੁਕਤਾਚੀਨੀ ਕਰਨ ਦਾ ਹੱਕ ਹੁੰਦਾ ਹੈ। ਲੇਕਿਨ ਜੇ ਤੁਸੀਂ ਬੈਠੋਗੇ ਨਹੀਂ ਤਾਂ ਤੁਹਾਨੂੰ ਪਤਾ ਕਿਵੇਂ ਲੱਗੇਗਾ? ਜੇ ਤੁਹਾਨੂੰ ਪਤਾ ਨਹੀਂ ਲੱਗੇਗਾ ਤਾਂ ਤੁਸੀਂ ਦੇਖਿਓ ਅੱਜ ਜੋ ਜਵਾਬ ਦੇਣਗੇ ਉਹ ਸਾਰੇ ਉਹ ਜਵਾਬ ਦੇਣਗੇ ਜੋ ਆਲਰੇਡੀ ਉਹਦੇ ਵਿੱਚ ਲਿਖੇ ਹੋਏ ਨੇ, ਜਾਂ ਜੋ ਉਹਨਾਂ ਨੇ ਉਪਲਬਧੀਆਂ ਆਲਰੇਡੀ ਗਵਰਨਰ ਐਡਰੈਸ ਤੇ ਗਿਣਾਤੀਆਂ, ਨਾ ਕਿ ਕਿਸੇ ਇਹੋ ਜਿਹੇ ਐਮਐਲਏ ਦਾ ਜਾਂ ਜਿਹੜੇ ਲੀਡਰ ਆਪੋਜੀਸ਼ਨ ਦਾ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਗੇ, ਕਿਉਂਕਿ ਉਹਨਾਂ ਨੇ ਨੋਟ ਹੀ ਨਹੀਂ ਕੀਤੇ। ਉਹ ਨੋਟ ਕਰਨੇ ਬਹੁਤ ਜ਼ਰੂਰੀ ਹੁੰਦੇ ਆ, ਤਾਂ ਹੀ ਤੁਹਾਨੂੰ ਉਸ ਤੇ ਜਵਾਬ ਆਣਗੇ। ਸੋ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਕੱਲ ਸਪੀਕਰ ਸਾਹਿਬ ਨੇ ਵੀ ਸਿਫਰ ਕਾਲ ਨੂੰ ਬਹੁਤ ਲੰਬਾ ਚਲਾਇਆ, ਉਹਨਾਂ ਨੇ ਖੁੱਲ ਕੇ ਮੌਕਾ ਦਿੱਤਾ ਸਾਰਿਆਂ ਨੂੰ ਕਿ ਚਲਾਓ। 53 ਮਿੰਟ ਤੱਕ ਚੱਲਦਾ ਰਿਹਾ। 30 ਦੇ ਕਰੀਬ ਮੈਂ ਗਿਣੇ 30 ਦੇ ਕਰੀਬ ਐਮਐਲਏ ਨੇ ਇਹ ਚ ਪਾਰਟਿਸਿਪੇਟ ਕੀਤਾ, ਪਰ ਕਿਸੇ ਕੋਲ ਇਹੋ ਜੀ ਕੋਈ ਗੱਲ ਹੀ ਨਹੀਂ ਸੀ ਕਿ ਉਹ ਪੂਰੇ ਕੀ ਨਾਮ ਹੈ ਪੰਜਾਬ ਦਾ ਇੱਕ ਵੱਡਾ ਮੁੱਦਾ ਮਤਲਬ ਮੰਨ ਕੇ ਉੱਪਰ ਆਂਦੀ ਤੇ ਉਸ ਤੇ ਕੋਈ ਮਿਨਿਸਟਰ ਬੈਠਾ ਹੈ ਉਹ ਜਵਾਬ ਦਿੰਦਾ ਜਾਂ ਜਵਾਬ ਦੇਣ ਦੀ ਕੈਪੈਸਿਟੀ ਚ ਹੁੰਦਾ। ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਘਾਟ ਹੈਗੀ ਹੈ। ਇਹ ਮਤਲਬ ਜੇ ਤੁਹਾਨੂੰ ਮਹੀਨਾ ਚਲਾ ਵੀ ਦਈਏ ਸੈਸ਼ਨ, ਜੇ ਤੁਹਾਡੇ ਕੋਲ ਜੇ ਅੰਦਰ ਕਹਿਣ ਲਈ ਕੱਖ ਨਹੀਂ ਤੇ ਫਿਰ ਐਵੇਂ ਸਟੇਟ ਤੇ ਬੋਝ ਕਾਤੋਂ ਪਾਉਣਾ, ਇਹ ਸਵਾਲ ਉੱਠੂਗਾ। ਇਹ ਗੱਲ ਵੀ ਕਹੀ ਜਾਊਗੀ ਕਿ ਸਪੀਕਰ ਤੁਹਾਨੂੰ 53 ਮਿੰਟ ਦੇ ਰਹੇ ਔਰ 53 ਮਿੰਟਾਂ ਦੇ ਵਿੱਚ ਤੁਹਾਡੇ ਕੋਲ ਕਹਿਣ ਲਈ ਕੱਖ ਨਹੀਂ। ਇਹਨੂੰ ਬੌਧਿਕ ਕੰਗਾਲੀ ਕਵਾਂਗੇ, ਹੋਰ ਕੀ ਕਵਾਂਗੇ। ਭਾਸਕਰ ਸਾਹਿਬ, ਵੱਖ-ਵੱਖ ਐਮਐਲਏ ਜਿਨ੍ਹਾਂ ਤੋਂ ਬੜੀ ਵੱਡੀ ਉਮੀਦ ਹੁੰਦੀ ਹੈ, ਉਹ ਵੀ ਇਹੋ ਜਿਹੇ ਨਾਜ਼ੁਕ ਮੌਕਿਆਂ ਤੇ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਵੀ ਸਾਬਤ ਕਰਨਾ ਹੁੰਦਾ, ਸਟੇਟ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ। ਦਰਅਸਲ ਇੰਨੀ ਨਾਜ਼ੁਕ ਸਥਿਤੀ 'ਚ ਅਸੀਂ ਲੰਘ ਰਹੇ ਹਾਂ, ਪ੍ਰਵਾਸ ਦੇ ਨਜ਼ਰੀਏ ਤੋਂ, ਨਸ਼ਿਆਂ ਦੇ ਨਜ਼ਰੀਏ ਤੋਂ, ਬੇਅਦਬੀਆਂ ਦੇ ਨਜ਼ਰੀਏ ਤੋਂ, ਪੋਲੀਟੀਕਲ ਅਸਥਿਰਤਾ ਦੇ ਨਜ਼ਰੀਏ ਤੋਂ ਲੋਕਾਂ ਨੂੰ ਕੋਈ ਰਾਹ ਰਸਤਾ ਹੀ ਨਹੀਂ ਮਿਲਦਾ। ਪਰ ਸਾਡੇ ਉੱਥੇ ਸਵਾਲ ਤਾਂ ਬਹੁਤ ਛੋਟੇ ਪੱਧਰ ਤੇ ਆਏ। 53 ਮਿੰਟਾਂ 'ਚ 30 ਐਮਐਲਏ ਬੋਲੇ, ਇੱਕ ਐਮਐਲਏ ਕਿਸੇ ਦੇ ਯਾਦ ਹੋਵੇ ਜਾਂ ਇਹਨੇ ਬੜਾ ਸ਼ਾਨਦਾਰ ਸਵਾਲ ਪੁੱਛਿਆ। ਤੁਸੀਂ ਥੋੜਾ ਜਿਹਾ ਜੇ ਅੰਦਰ ਦੀਆਂ ਕੋਈ ਤੁਹਾਨੂੰ ਤੁਸੀਂ ਦੇਖੀਆਂ ਤੇ ਨੋਟ ਕੀਤੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਜ਼ਰੂਰ ਕਰ ਲਓ। ਇੱਕ ਵੀ ਸਵਾਲ ਐਮਐਲਏ ਦਾ ਇਦਾਂ ਦਾ ਨਹੀਂ ਸੀਗਾ ਜਿਹਨੂੰ ਆਪਾਂ ਡਿਸਕਸ ਵੀ ਕਰ ਸਕੀਏ। ਹਾਂ, ਉਹ ਜਿਹੜਾ ਬਾਜਵਾ ਸਾਹਿਬ ਤੇ ਮੁੱਖ ਮੰਤਰੀ ਦੇ ਵਿੱਚ ਬਹਿਸ ਹੋਈ ਸੀ, ਹੁਣੇ ਇੰਦਰਪ੍ਰੀਤ ਉਹਨਾਂ ਕਹਿ ਕੇ ਹਟੇ ਨੇ ਕਿ ਨਾਰਮਲੀ ਇਹ ਹੁੰਦਾ ਮੁੱਖ ਮੰਤਰੀ ਸੁਣਦਾ ਸਾਰੀ ਗੱਲ, ਫਿਰ ਜਦ ਜਵਾਬ ਦੇਣ ਦਾ ਮੌਕਾ ਆਉਂਦਾ ਤੇ ਫਿਰ ਇੱਕ ਗੱਲ ਦਾ ਜਵਾਬ ਦਿੰਦੇ ਹੁੰਦੇ ਮੁੱਖ ਮੰਤਰੀ। ਪਰ ਕੱਲ ਐਦਾਂ ਹੋ ਗਿਆ ਸੀ ਜਿੱਦਾਂ ਇੱਕ ਗਲੀ ਦੇ ਵਿੱਚ ਦੋ ਜਨਾਨੀਆਂ ਆਪਣੇ ਆਪਣੇ ਦਰਵਾਜ਼ੇ 'ਚ ਬੈਠ ਕੇ ਲੜਦੀਆਂ ਪਈਆਂ ਔਰ ਇੱਕ ਦੂਜੇ ਦੀ ਗੱਲ ਦਾ ਪੈਂਦੇ ਸੱਟੇ ਜਵਾਬ ਦੇ ਰਹੀਆਂ। ਸ਼ੁਰੂਆਤ ਗੱਲ ਦੀ ਉਦਾਂ ਹੋਈ ਕਿ ਜਦ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਕਿ ਰਾਘਵ ਚੱਡੇ ਉਹਨਾਂ ਨੇ ਕਿਹਾ ਕਿ ਈਡੀ ਜਾਂ ਹੋਰ ਸੈਂਟਰਲ ਦੀ ਇਨਵੈਸਟੀਗੇਟਿੰਗ ਏਜੰਸੀਆਂ ਉਹਦੇ ਉੱਤੇ ਭਾਜਪਾ ਦਾ ਝੰਡਾ ਲਾ ਦਿਓ, ਤੇ ਉਹ ਕਹਿੰਦੇ ਕਿਉਂ ਨਾ ਇੱਥੇ ਵੀ ਵਿਜੀਲੈਂਸ ਬਿਊਰੋ ਦੇ ਉੱਤੇ ਆਮ ਆਦਮੀ ਪਾਰਟੀ ਦਾ ਝੰਡਾ ਲਾ ਦਿਓ। ਗੱਲ ਇੱਥੋਂ ਸ਼ੁਰੂ ਹੁੰਦੀ ਹੈ। ਫਿਰ ਉਸ ਤੋਂ ਬਾਅਦ ਜੋ ਕੁਝ ਹੁੰਦਾ ਹੈ ਉਹ ਇੰਟਰਸਟਿੰਗ ਤੇ ਬਹੁਤ ਸੀਗਾ, ਦੇਖਣ ਨੂੰ ਮਜ਼ਾ ਵੀ ਬੜਾ ਆਇਆ, ਪਰ ਉਹਦੇ ਵਿੱਚ ਕੱਢਣ ਪਾਣ ਨੂੰ ਕੁਝ ਨਹੀਂ ਸੀਗਾ। ਐਡਰੈਸ ਗਵਰਨਰ ਦੀ ਉੱਤੇ ਡਿਬੇਟ ਸੀਗੀ, ਪਰ ਗਵਰਨਰ ਦੀ ਐਡਰੈਸ ਦਾ ਇੱਕ ਵੀ ਜਗ੍ਹਾ ਨਾ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਨਾ ਲਿਆ, ਨਾ ਮੁੱਖ ਮੰਤਰੀ ਉਹਨਾਂ ਨੇ ਉਸ ਗੱਲ ਨੂੰ ਅੱਗੇ ਵਧਾਇਆ। ਰਾਜਾ ਵੜਿੰਗ ਉਹਨਾਂ ਕੱਲ ਇੱਕ ਟੀ-ਸ਼ਰਟ ਜੀ ਪਾ ਕੇ ਤੇ ਜ਼ਰੂਰ ਫਿਰਦੇ ਸੀਗੇ। ਦੂਰੋਂ ਦੇਖਣ ਤੇ ਤਾਂ ਏਦਾਂ ਲੱਗਦਾ ਸੀ ਜਿੱਦਾਂ ਕਿਸੇ ਫੇਅਰਵੈਲ ਦੇ ਵਿੱਚ 12ਵੀਂ ਕਲਾਸ ਦੀ ਜਿਹੜੀ ਫੇਅਰਵੈਲ ਹੁੰਦੀ ਹੈ ਉੱਥੇ ਕੁੜੀਆਂ ਮੁੰਡੇ ਕਿਸੇ ਜਗ੍ਹਾ ਤੇ ਸਾਈਨ ਸੂਈਨ ਨਹੀਂ ਕਰਦੇ ਹੁੰਦੇ, ਐਦਾਂ ਦੀ ਕੋਈ ਟੀ-ਸ਼ਰਟ ਪਾ ਕੇ ਫਿਰਦੇ ਨੇ। ਪਰ ਬਾਅਦ ਚੋਂ ਧਿਆਨ 'ਚ ਦੇਖਣ ਤੋਂ ਬਾਅਦ ਉਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਉੱਤੇ ਜਿਹੜੀ ਖਬਰਾਂ ਛਪੀਆਂ ਸੀਗੀ ਉਹਦੀ ਟੀ-ਸ਼ਰਟ ਪਾ ਕੇ ਫਿਰਦੇ ਸੀਗੇ। ਹੋਰ ਕੋਈ ਵੀ ਐਮਐਲਏ ਕਿਸੇ ਨੇ ਕੋਈ ਵਧੀਆ ਸਵਾਲ ਕੀਤਾ, ਇੱਕ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਗੱਲ ਜ਼ਰੂਰ ਕੱਲ ਚੱਲੀ, ਜਿਨ੍ਹਾਂ ਨੇ ਆਪਣੀ ਹੀ ਸਰਕਾਰ ਦੀ ਜਿਹੜੀ ਇਹ ਨਵੀਂ ਐਸਆਈਟੀ ਹੈ ਜਿਹੜੀ ਫਰਵਰੀ 24 ਨੂੰ ਜਿਨ੍ਹਾਂ ਨੇ ਕੋਰਟ ਦੇ ਵਿੱਚ ਫਰੀਦਕੋਟ ਕੋਰਟ ਦੇ ਵਿੱਚ ਰਿਪੋਰਟ ਦਿੱਤੀ ਹੈ, ਉਹ ਕਹਿੰਦੇ ਹੁਣ ਨਵੀਂ ਬਣਾਓ, ਕਿਉਂਕਿ ਇਹ ਕਾਂਗਰਸ ਦੀ ਸਰਕਾਰ ਦੇ ਵਿੱਚ ਐਸਆਈਟੀ ਬਣੀ ਸੀ ਤੇ ਇਸ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਵੀ ਇੱਕ ਵੱਖਰੀ ਜੀ ਗੱਲ ਸੀਗੀ ਜੋ ਕਿ ਮੈਨੂੰ ਲੱਗਦਾ ਇਸ ਮੌਕੇ ਤੇ ਜਦ ਫਰੀਦਕੋਟ ਦੀ ਕੋਰਟ 23 ਮਾਰਚ ਨੂੰ ਉਹਨਾਂ ਸਾਰੇ ਐਕਿਊਜ਼ ਨੂੰ ਨਾਮਜ਼ਦ ਇੱਕ ਤਰੀਕੇ ਨਾਲ ਸੰਮਨ ਕਰ ਰਹੀ ਹੈ, ਉੱਥੇ ਇਹ ਗੱਲ ਕਰਨਾ ਬੰਦਾ ਨਹੀਂ ਸੀ। ਪਰ ਸਾਰੀ ਉਹ तमाम ਗੱਲਾਂ ਦਿਸ਼ਾਹੀਨ ਜੀ ਲੱਗ ਰਹੀ ਸੀ। ਅੱਜ ਫੇਰ ਉਸ ਮੁੱਦੇ ਤੇ ਬਹਿਸ ਹੋਣੀ ਹੈ। ਪ੍ਰਤਾਪ ਸਿੰਘ ਬਾਜਵਾ ਜਦ ਸਦਨ ਦੇ ਵਿੱਚੋਂ ਬਾਈਕਾਟ ਕਰਦੇ ਨੇ, ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਉਹਨਾਂ ਨੇ ਸਾਡੀ ਬੇਇੱਜ਼ਤੀ ਕੀਤੀ ਹੈ, ਕਿਹਾ ਕਿ ਜਿਨ੍ਹਾਂ ਨੇ ਵੀ ਪੰਜਾਬ ਦੇ ਪੈਸੇ ਖਾਦੇ ਨੇ ਉਹਨਾਂ ਨੂੰ ਅਸੀਂ ਅੰਦਰ ਕਰਾਂਗੇ ਤੇ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਮਾਫੀ ਮੰਗੇ। ਹੁਣ ਦੱਸੋ ਕਿ ਮੁੱਖ ਮੰਤਰੀ ਅਗਰ ਇਹ ਗੱਲ ਕਹੇ ਕਿ ਜਿਸ ਨੇ ਵੀ ਪੰਜਾਬ ਦੇ ਪੈਸੇ ਖਾਦੇ ਨੇ ਉਹਨਾਂ ਨੂੰ ਅੰਦਰ ਕਰਾਂਗੇ, ਤੇ ਉਹਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਇਤਰਾਜ਼ ਕਿਸ ਗੱਲ ਦਾ ਹੋ ਸਕਦਾ ਹੈ? ਅੱਜ ਹੁਣ 9 ਵਜੇ ਦੇ ਕਰੀਬ ਮੀਟਿੰਗ ਕਰਕੇ ਉਹ ਇਸ ਗੱਲ ਨੂੰ ਅੱਗੇ ਤੋੜਦੇ ਜ਼ਰੂਰ ਨਜ਼ਰ ਆਣਗੇ ਕਿ ਅਸੀਂ ਸਦਨ ਦੇ ਵਿੱਚ ਜਾਣਾ ਹੈ ਜਾਂ ਨਹੀਂ ਜਾਣਾ, ਪਰ ਇਸ ਮੁੱਦੇ ਦੇ ਉੱਤੇ ਮੁੱਖ ਮੰਤਰੀ ਮਾਫੀ ਮੰਗੇ, ਇਹ ਲੱਗਦਾ ਨਹੀਂ ਕਿ ਮੁੱਖ ਮੰਤਰੀ ਕੋਈ ਮਾਫੀ ਮੰਗਣ ਦੇ ਮੂਡ ਵਿੱਚ ਲੱਗੇ ਨੇ। ਹੁਣ ਇਹ ਟਸਲ, ਇਹ ਗੱਲ ਅੱਗੇ ਕਿੱਥੇ ਤੱਕ ਜਾਂਦੀ ਹੈ, ਇਹ ਹੁਣ 1-2 ਘੰਟੇ ਦੇ ਬਾਅਦ
ਤੁਹਾਨੂੰ ਪਤਾ ਲੱਗ ਜਾਏਗਾ। ਕੁੰਵਰ ਵਿਜੇ ਪ੍ਰਤਾਪ ਬੜੇ ਸਮਰੱਥ ਅਫਸਰ ਰਹੇ ਆ ਔਰ ਉਹਨਾਂ ਦਾ ਟਰੈਕ ਰਿਕਾਰਡ ਬੜਾ ਸ਼ਾਨਦਾਰ ਹੈ। ਉਹਨਾਂ ਨੇ ਜਿੱਥੇ ਜਿੱਥੇ ਵੀ ਸਰਵਿਸ ਕੀਤੀ, ਭਾਵੇਂ ਵਿਵਾਦਤ ਵੀ ਰਹੇ ਨੇ, ਉੱਥੇ ਉਹਨਾਂ ਦੇ ਪੋਲੀਟੀਕਲ ਲੋਕਾਂ ਨਾਲ ਪੰਗੇਬਾਜ਼ੀਆਂ ਹੋਈਆਂ, ਪਰ ਆਮ ਲੋਕ ਉਹਨਾਂ ਤੋਂ ਸੈਟੀਸਫਾਈ ਰਹੇ। ਮੈਨੂੰ ਯਾਦ ਹੈ ਨਿੱਜੀ ਤੌਰ ਤੇ ਇੱਕ ਵਾਰੀ ਮੇਰੀ ਗੱਡੀ ਗਨ ਪੁਆਇੰਟ ਤੇ ਖੋਲੀ ਗਈ ਸੀਗੀ ਦੂਰਦਰਸ਼ਨ ਤੋਂ ਵਾਪਸ ਆਉਂਦਿਆਂ, ਤੇ ਉਹਨਾਂ ਨੇ 2 ਦਿਨ ਲਗਾਤਾਰ ਐਫਰਟਸ ਲਾ ਕੇ ਉਹ ਗੱਡੀ ਵਾਪਸ ਕਰਾਈ। ਉਹਨਾਂ ਦਾ ਕੰਮ ਕਰਨ ਦਾ ਤਰੀਕਾ ਆਪਣਾ ਨਵੇਕਲਾ ਔਰ ਉਹ ਰਿਜ਼ਲਟ ਦਿੰਦੇ ਨੇ। ਪਰ ਇੱਥੇ ਜਦੋਂ ਉਹ ਸਦਨ 'ਚ ਬੋਲ ਰਹੇ ਸੀ, ਆਪਣੀ SIT ਦਾ ਇੱਕ ਤਰ੍ਹਾਂ ਨਾਲ ਵਿਰੋਧ ਕਰ ਰਹੇ ਸੀਗੇ ਕਿ ਇਹਨਾਂ ਤੋਂ ਇਨਸਾਫ ਦੀ ਕੀ ਉਮੀਦ ਹੈ, ਤਾਂ ਪਹਿਲੀ ਸਰਕਾਰ ਨੇ ਬਣਾਈ ਆ। ਮੈਨੂੰ ਲੱਗਦਾ ਇਹ ਥੋੜਾ ਜਿਹਾ ਅਟਪਟਾ ਲੱਗਿਆ। ਸਾਨੂੰ ਕਾਰਗੁਜ਼ਾਰੀ ਜ਼ਰੂਰ ਦੇਖਣੀ ਚਾਹੀਦੀ ਆ। ਕੁੰਵਰ ਜੀ ਦੀ ਰਿਪੋਰਟ ਹਾਈ ਕੋਰਟ ਦੇ ਵਿੱਚੋਂ ਖਾਰਜ ਹੋ ਗਈ ਤੇ ਇਸ SIT ਨੇ ਉਹ ਚਾਰਜਸ਼ੀਟ ਦਾਇਰ ਕਰਤੀ ਹੈ ਔਰ ਚਾਰਜਸ਼ੀਟ ਨੂੰ ਕੁੰਵਰ ਜੀ ਨੂੰ ਜ਼ਰੂਰ ਦੇਖਣਾ ਚਾਹੀਦਾ ਔਰ ਉਹਦੇ ਇੱਕ ਇੱਕ ਨੁਕਤੇ ਤੇ ਸ਼ਾਇਦ ਉਹ ਪੁਆਇੰਟ ਆਊਟ ਕਰਦੇ ਤੇ ਚੰਗਾ ਸੀਗਾ, ਬਜਾਏ ਇਹਦੇ ਕਿ ਤੁਸੀਂ SIT ਨੂੰ ਖਾਰਜ ਕਰਦੇ ਹੋ। ਫਿਰ ਤਾਂ ਜਿਵੇਂ ਉਹ ਆਪਣੀ ਰਿਪੋਰਟ ਨੂੰ ਤੇ ਆਪਣੇ ਆਪ ਨੂੰ ਖਾਰਜ ਹੋਣ ਤੋਂ ਬਾਅਦ ਤਿਲ ਮਿਲਾਏ ਨੇ, ਪਰੇਸ਼ਾਨ ਨੇ, ਤੁਸੀਂ ਦੂਜਿਆਂ ਨੂੰ ਖਾਰਜ ਕਰੋਗੇ, ਫਿਰ ਤੁਸੀਂ ਤਾਂ ਉਹੋ ਜਿਹੀ ਭੂਮਿਕਾ 'ਚ ਹੀ ਲੱਗੋਗੇ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ? ਮੈਂ ਇਹੀ ਕਹਿਣਾ ਚਾਹ ਰਿਹਾ ਸੀ ਕਿ ਮੈਂ ਕਿਹਾ ਜੇ ਕੁੰਵਰ ਸਾਹਿਬ ਨੇ ਜੋ ਗੱਲ ਕੀਤੀ ਹੈਗੀ ਹੈ, ਉਹ ਸੇਮ ਉਹੀ ਗੱਲ ਕੀਤੀ ਹੈ ਜੋ ਅਕਾਲੀ ਦਲ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਕਰਦੇ ਰਹੇ ਹੈ। ਜੇ ਇੱਕ ਦੂਜੇ ਤੇ ਇਦਾਂ ਹੀ ਬੇਭਰੋਸਗੀ ਰਹੇਗੀ ਤਾਂ ਫਿਰ ਤਾਂ ਮਤਲਬ ਮੈਨੂੰ ਲੱਗਦਾ ਕਿ ਇਸ ਇਸ਼ੂ ਦਾ ਕਦੇ ਇਨਸਾਫ ਹੋਏਗਾ ਹੀ ਨਹੀਂ। ਪਹਿਲਾਂ ਹੀ ਆਲਰੇਡੀ 8 ਸਾਲ ਹੋ ਚੁੱਕੇ ਆ, ਤੁਸੀਂ ਦੇਖੋ ਜਾਂਚਾਂ ਚੱਲੀ ਜਾ ਰਹੀਆਂ ਨੇ, 2 ਕਮਿਸ਼ਨ ਬਣਾ ਕੇ ਰੱਖ ਲਏ, ਹੁਣ 2 ਸਿੱਟ ਬਣਾ ਕੇ ਆਲਰੇਡੀ ਇਹਦੇ ਤੇ ਚਲਾਨ ਪੇਸ਼ ਹੋ ਗਿਆ। ਹੁਣ ਇੱਕ ਤੀਸਰੀ ਸਿੱਟ ਦੀ ਗੱਲ ਕੀਤੀ ਜਾ ਰਹੀ ਹੈ, ਯਾਨੀ ਕਿ ਕੀ ਅਸੀਂ 2-3 ਸਾਲ ਹੋਰ ਪਿੱਛੇ ਨੂੰ ਜਾਈਏ? ਫਿਰ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਘੱਟੋ ਘੱਟ ਮੈਨੂੰ ਇਹ ਆਸ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੀ ਗੱਲ ਕਰਨਗੇ। ਹੋ ਸਕਦਾ ਕਿ ਇਸ ਸਿੱਟ ਦੇ ਵਿੱਚ ਉਹਨਾਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਨਾਲ ਉਹਨਾਂ ਦੀ ਕੋਈ ਖੁੰਦਕ ਰਹੀ ਹੋਵੇ, ਜਾਂ ਕਿਉਂਕਿ ਉਹ LK ਯਾਦਵ ਬਾਰੇ ਤਾਂ ਪਹਿਲਾਂ ਵੀ ਕਹਿੰਦੇ ਰਹੇ ਕਿ ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ ਹੈਗੀ। ਤਾਂ ਇਹ ਮੈਨੂੰ ਲੱਗਦਾ ਸਵਾਲ ਉਠਾਉਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ, ਕਿਉਂਕਿ ਉਹਨਾਂ ਬਾਰੇ ਵੀ ਇਹੀ ਸਵਾਲ ਉੱਠਿਆ ਸੀਗਾ। ਵੱਡੀ ਗੱਲ ਇਹ ਹੈ ਕਿ ਜੇ ਇਹ ਹੋਰ ਡਿਲੇ ਹੁੰਦੀ ਆ ਤੇ ਫਿਰ ਇਨਸਾਫ ਮਿਲਣਾ ਤਾਂ ਕੀ ਹੈ? ਹੁਣ ਹੀ ਬੰਦੇ ਬੇਪਛਾਣ ਹੋ ਰਹੇ ਆ। ਜਿਹੜੀ ਇੱਕ ਵੀਡੀਓ ਜਾਂ ਇੱਕ ਫੋਟੋ ਜਾਰੀ ਹੋਈ ਕਿ ਆ ਦੱਸੋ ਕਿਹੜਾ ਬੰਦਾ, ਉਹ ਕੌਣ ਦੱਸੂਗਾ ਜੀ? ਇੰਨੇ ਸਾਲਾਂ ਬਾਅਦ ਘਟਨਾਵਾਂ ਵੈਸੇ ਹੀ ਲੋਕਾਂ ਦੇ ਚੇਤਿਆਂ ਚੋਂ ਪਿੱਛੇ ਚਲੇ ਜਾਂਦੀਆਂ। ਫਿਰ ਜੋ ਐਵੀਡੈਂਸ ਹੈਗੇ ਆ, ਜੋ ਵੀਡੀਓਜ਼ ਹੈਗੀਆਂ, ਉਹਦੇ ਤੇ ਤੁਸੀਂ ਜਾਣਦੇ ਹੋ। ਪਰ ਜੇਕਰ ਤੁਸੀਂ ਚਾਰਜ ਸ਼ੀਟ ਦੇ ਉੱਤੇ ਕੋਈ ਟਿੱਪਣੀ ਕਰਦੇ ਹੋ ਤਾਂ ਜ਼ਿਆਦਾ ਅਹਿਮ ਹੋਣਾ ਸੀ ਕਿ ਇੱਥੇ ਇਸ SIT ਨੇ ਪੱਖਪਾਤ ਕੀਤਾ, ਇੱਥੇ SIT ਨੇ ਆਹ ਕਮੀ ਟੈਕਨੀਕਲੀ ਰੱਖ ਲਈ। ਮੈਨੂੰ ਲੱਗਦਾ ਕੁੰਵਰ ਜੀ ਤੋਂ ਇਹ ਉਮੀਦ ਰਹੂਗੀ ਕਿ ਉਹ ਅਗਲੇ ਸਮੇਂ ਦੇ ਵਿੱਚ ਤੱਥਾਂ ਨਾਲ ਪੇਸ਼ ਹੋਣ ਤੇ ਜ਼ਿਆਦਾ ਵਧੀਆ ਰਹੂਗਾ। ਪਰ ਮੈਂ ਇੰਦਰਪ੍ਰੀਤ ਜੀ ਅਗਲਾ ਮੁੱਦਾ ਲੈਣਾ ਚਾਹੁੰਦਾ, ਜਦੋਂ ਕੈਗ ਇਹ ਰਿਪੋਰਟ ਕਰਦਾ ਹੈ ਕਿ ਫੰਡਾਂ ਦੀ ਦੁਰਵਰਤੋਂ ਹੁੰਦੀ ਹੈ, ਇਹ ਪੰਗੇਬਾਜ਼ੀ ਤਾਂ ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ 'ਚ ਵੀ ਸੀ ਕਿ ਆਉਂਦਾ ਤਾਂ ਪੇਂਡੂ ਵਿਕਾਸ ਲਈ ਆ, ਸੜਕਾਂ ਲਈ ਆ, ਲਿੰਕ ਰੋਡਸ ਲਈ ਆ, ਤੁਸੀਂ ਜਾ ਕੇ ਲੋਕਾਂ ਦੇ ਕਰਜ਼ੇ ਮਾਫ ਤੇ ਇਹੀ ਬਾਦਲਾਂ ਦੇ ਉੱਤੇ ਦੋਸ਼ ਰੱਖਦੇ ਰਹੇ ਆ ਕਿ ਫੰਡ ਜਿਹੜੇ ਆ ਉਹ ਬਠਿੰਡੇ ਵੱਲ ਨੂੰ, ਉਹ ਉਧਰ ਨੂੰ ਹੀ ਸਾਰੇ ਚਲੇ ਜਾਂਦੇ ਆ, ਜੋ ਵੀ ਆਉਂਦਾ। ਇਸੇ ਤਰੀਕੇ ਦਾ ਹੁਣ ਵਿਜੇਂਦਰ ਸਿੰਗਲਾ ਦੇ ਉੱਤੇ ਸਵਾਲ ਉੱਠ ਗਿਆ ਕਿ ਤੁਸੀਂ ਫੰਡ ਹੀ ਜਿਹੜੇ ਆਪਣੇ ਹਲਕੇ ਤੱਕ ਸੀਮਿਤ ਕਰ ਦਿੰਦੇ ਹੋ। ਮੰਤਰੀ ਤੁਹਾਨੂੰ ਸਹੁੰ ਜਦੋਂ ਚੁਕਾਈ ਜਾਂਦੀ ਹੈ ਉਦੋਂ ਇਹ ਚੀਜ਼ ਦੀ ਚੁਕਾਈ ਜਾਂਦੀ ਹੈ ਕਿ ਤੁਸੀਂ ਇਸ ਸਟੇਟ ਦੇ ਇੱਕ ਵੱਡੇ ਮਿਨਿਸਟਰ ਹੋ ਤੇ ਤੁਹਾਨੂੰ ਉਸੇ ਤਰ੍ਹਾਂ ਦਾ ਐਕਟ ਕਰਨਾ ਚਾਹੀਦਾ। ਇਹ ਮੈਨੂੰ ਗੱਲ ਨੂੰ ਅੱਗੇ ਜਰਾ ਵਧਾ ਕੇ ਦੱਸੋ। ਇਹ ਪੰਜਾਬ ਦੇ ਲੋਕਾਂ ਨੇ ਭੁਗਤੀ ਹੋਈ ਹੈ ਜੀ। ਰੰਧਾਵਾ ਸਾਹਿਬ, ਹਿੰਦੀ 'ਚ ਇੱਕ ਕਹਾਵਤ ਹੈ ਕਿ ਜਿਸकी ਲਾਠੀ ਉਸੀ ਕੀ ਭੈਂਸ। ਮੈਨੂੰ ਲੱਗਿਆ ਕਿ ਜਿੱਥੋਂ ਜਦੋਂ ਜਿਹੜਾ ਮਿਨਿਸਟਰ ਬਣ ਜਾਂਦਾ ਹੈ, ਬਸ ਉਹ ਸਾਰੇ ਪੈਸੇ ਹੱਕ ਕੇ ਆਪਣੇ ਵਾਲੇ ਉਸੇ 'ਚ ਹੀ ਲੈ ਜਾਂਦਾ ਹੈ। ਇਹੀ ਗੱਲ ਬਿਲਕੁਲ ਤੁਸੀਂ ਠੀਕ ਕਹੀ ਹੈ ਕਿ ਜਦੋਂ ਅਸੀਂ ਇਲੈਕਸ਼ਨਾਂ ਦੇ ਵਿੱਚ ਬਾਦਲ ਸਾਹਿਬ ਦੀ ਸੀਟ ਦੇ ਉੱਤੇ ਗਏ ਸੀ ਜਾਂ ਇਹਦੇ ਸੁਖਬੀਰ ਬਾਦਲ ਦੀ ਸੀਟ ਦੇ ਉੱਤੇ ਗਏ ਸੀ, ਤਾਂ ਇਹ ਜਿਹੀਆਂ ਗਲੀਆਂ ਦੇਖੀਆਂ ਸੀ ਜਿੱਥੇ 4-4 ਘਰ ਸੀ ਤੇ ਕਿਸੇ ਕੋਲ ਇੱਕ ਸਕੂਟਰ ਤੱਕ ਨਹੀਂ ਸੀ, ਪਰ ਉੱਥੇ 8-8 ਇੰਚ ਦੀਆਂ ਕੰਕਰੀਟ ਰੋਡਸ ਬਣਾਈਆਂ ਨੇ। ਕੰਕਰੀਟ ਮਤਲਬ ਜਿੱਥੇ ਤੁਸੀਂ ਚਾਹੇ ਜਹਾਜ਼ ਉਤਾਰ ਲਓ, ਪਰ ਉੱਥੇ ਸਕੂਟਰ ਤੱਕ ਨਹੀਂ ਹੈ ਕਿਸੇ ਕੋਲੇ। ਪਰ ਕਿਉਂਕਿ ਵੋਟਾਂ ਜ਼ਰੂਰ ਹੈਗੀਆਂ ਉੱਤੇ, ਸਾਰਾ ਕੁਝ ਵੋਟਾਂ ਦੇ ਨਜ਼ਰੀਏ ਤੋਂ ਹੀ ਕੀਤਾ ਜਾਂਦਾ ਲੱਗਿਆ ਸੀਗਾ। ਤੇ ਇਹੀ ਸੇਮ ਬਿਲਕੁਲ ਇਹਦੇ ਤੇ ਹੁਣ ਹੋਇਆ, ਜਿਹੜਾ ਵਿਜੇਂਦਰ ਸਿੰਗਲਾ ਤੇ ਸਵਾਲ ਆਇਆ ਕਿ ਜਿੰਨਾ ਉਹਦਾ ਪੈਸਾ ਸੀਗਾ ਰੋਡ ਟੈਕਸ, ਰੋਡ ਦਾ ਜਿਹੜਾ ਉਸ ਤੇ ਆਂਦਾ ਹੈ, ਉਹ ਸਾਰਾ ਪੈਸਾ, ਉਹ ਚ 60% ਪੈਸਾ ਜਿਹੜਾ ਉਹ ਕੱਲੇ ਸੰਗਰੂਰ ਕੰਸਟੀਚੁਐਂਸੀ ਚ ਲੱਗਿਆ ਹੈ। ਯਾਨੀ 16 ਕੰਸਟੀਚੁਐਂਸੀਆਂ ਦੇ। ਇਹ ਪੈਸਾ ਕਿਹੜਾ ਹੁੰਦਾ, ਸਮਝਾ ਦਿਓ ਜਰਾ, ਪੈਸਾ ਕਿਹੜਾ ਹੁੰਦਾ ਹੈ? ਇਹ ਨਾ ਜੀ ਡੀਜ਼ਲ, ਜਿਹੜਾ ਡੀਜ਼ਲ ਦੇ ਉੱਤੇ ਜਿਹੜਾ ਸੈਸ ਲਗਾਇਆ ਹੋਇਆ ਗਵਰਨਮੈਂਟ ਆਫ ਇੰਡੀਆ ਨੇ, ਉਹਦਾ ਪੈਸਾ ਮਿਲਦਾ ਸਟੇਟਾਂ ਨੂੰ। ਉਹਦਾ ਪੈਸਾ ਜਿਹੜਾ ਹੁੰਦਾ ਹੈ ਉਹ ਟੋਟਲ, ਉਹ ਤਾਂ ਹੁੰਦਾ ਤਾਂ ਪੂਰੀ ਸਟੇਟ ਵਾਸਤੇ ਹੈ, ਲੇਕਿਨ ਉਹਦਾ 60% ਇੱਕ ਕੰਸਟੀਚੁਐਂਸੀ ਤੇ ਲੱਗਿਆ ਤੇ 40% ਤੁਸੀਂ ਸਮਝ ਲਓ 116 ਕੰਸਟੀਚੁਐਂਸੀਆਂ 'ਚ ਲੱਗੇਗਾ।
ਇਹਦੇ ਚ ਮੈਨੂੰ ਸਿਰਫ ਇੱਕ ਮਤਲਬ ਹਾਂਜੀ ਮੈਂ ਅੰਮ੍ਰਿਤਸਰ ਦੇ ਕਿਸੇ ਏਰੀਏ ਚੋਂ ਡੀਜ਼ਲ ਭਰਵਾ ਰਿਹਾ ਗੱਡੀ 'ਚ, ਤੇ ਉਹਦੇ ਉੱਤੇ ਜਿਹੜਾ ਭਾਰਤ ਸਰਕਾਰ ਟੈਕਸ ਲਾ ਰਹੀ ਆ, ਉਹ ਪੈਸਾ ਉਹਨਾਂ ਸੜਕਾਂ ਤੇ ਲੱਗਣਾ ਚਾਹੀਦਾ ਜਿੱਥੇ ਮੈਂ ਉਹ ਪੈਸੇ ਦੇ ਰਿਹਾ। ਇਹਦਾ ਮਤਲਬ ਵੰਡ ਤਾਂ ਐਵੇਂ ਹੋਣੀ ਚਾਹੀਦੀ ਹੈ, ਲੇਕਿਨ ਮੈਂ ਇਹਦੇ ਚ ਇੱਕ ਪੁਆਇੰਟ ਹੋਰ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਫੰਡ ਇਕੱਠਾ ਕਰਦੀ ਹੈ ਗਵਰਨਮੈਂਟ ਆਫ ਇੰਡੀਆ, ਉਹਦੇ ਵਿੱਚ ਫਿਰ ਇੱਕ ਇਹ ਨਿਯਮ ਸੀਗਾ, ਪਹਿਲਾਂ ਇਹ ਨਿਯਮ ਸੀਗਾ ਕਿ ਪਹਿਲਾਂ ਉਸ ਸਟੇਟ ਨੂੰ ਮਿਲੂਗਾ, ਵੇਟੇਜ ਸੀਗੀ ABC ਕਰਕੇ, ਵੇਟੇਜ ਕਿੰਨੇ ਪਰਸੈਂਟ ਹੈ ਉਹ ਸੀ ਕਿ ਜਿਸ ਸਟੇਟ ਚੋਂ ਇਕੱਠਾ ਹੁੰਦਾ, ਫਿਰ ਸੀ ਉਹਦੀ ਆਬਾਦੀ, ਤੇ ਫਿਰ ਸੀ ਉਹਦਾ ਭੂ ਭਾਗ, ਮਤਲਬ ਕਿੰਨਾ ਏਰੀਆ ਵੱਡਾ ਕਿੰਨਾ। ਜਦੋਂ ਕਮਲਨਾਥ ਹੋਣੀ ਬਣੇ, ਇਹਦਾ ਮਿਨਿਸਟਰ ਬਣੇ, ਤਾਂ ਉਹਨਾਂ ਨੇ ਇਹ ਚੇਂਜ ਕਰਤਾ। ਉਹਨਾਂ ਨੇ ਕਰਤਾ ਕਿ ਜਿੱਥੇ ਏਰੀਆ ਜ਼ਿਆਦਾ ਹੈ ਉਹਨੂੰ ਵੇਟੇਜ ਜ਼ਿਆਦਾ, ਫਿਰ ਜਿੱਥੇ ਆਬਾਦੀ ਹੈ ਉਹਦਾ, ਫਿਰ ਜਿੱਥੋਂ ਇਕੱਠਾ ਕੀਤਾ ਉਹਦਾ। ਤਾਂ ਬਾਲ ਸਾਹਿਬ ਨੇ ਉਦੋਂ ਚੀਫ ਮਿਨਿਸਟਰ ਸੀਗੇ, ਉਹਨਾਂ ਨੇ ਇੱਕ ਚਿੱਠੀ ਲਿਖੀ ਔਰ ਇਸ ਤੇ ਬਹੁਤ ਸਖਤ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਕਿ ਟਰਾਂਸਪੋਰਟ ਸਭ ਤੋਂ ਜ਼ਿਆਦਾ ਅਗਰ ਡੀਜ਼ਲ ਕਿਤੇ ਖਰਚ ਹੁੰਦਾ ਹੈ ਤਾਂ ਪੰਜਾਬ 'ਚ ਖਰਚ ਹੁੰਦਾ ਪਰ ਕੈਪੀਟਾ। ਤਾਂ ਸਾਡਾ ਭੂ ਭਾਗ ਬਹੁਤ ਛੋਟਾ, ਪੰਜਾਬ ਬਹੁਤ ਛੋਟਾ ਜਿਹਾ ਏਰੀਆ ਪੂਰੇ ਕੰਟਰੀ ਦਾ, ਤਾਂ ਸਾਡੇ ਕੋਲ ਤਾਂ ਇਹ ਪੈਸਾ ਆਣਾ ਹੀ ਨਹੀਂ ਹੈ। ਤਾਂ ਕਮਲਨਾਥ ਉਹਨਾਂ ਨੇ ਜਵਾਬੀ ਚਿੱਠੀ 'ਚ ਉਹਨਾਂ ਨੂੰ ਲਿਖਿਆ ਕਿ ਵੀ ਮੱਧ ਪ੍ਰਦੇਸ਼ ਵਰਗੀ ਜਿਹੜੀ ਮੇਰੀ ਸਟੇਟ ਆ, ਫਿਰ ਉਹਦੀ ਡਿਵੈਲਪਮੈਂਟ ਕਿਵੇਂ ਹੋਊਗੀ। ਬਾਲ ਸਾਹਿਬ ਇਹ ਨਾ ਕਰੋ, ਸਾਨੂੰ ਵੀ ਤਾਂ ਡਿਵੈਲਪਮੈਂਟ ਵਾਸਤੇ ਪੈਸਾ ਚਾਹੀਦਾ ਹੀ ਹੈਗਾ। ਤਾਂ ਯਾਨੀ ਕਿ ਜਦੋਂ ਉਹ ਮਿਨਿਸਟਰ ਸੀ, ਉਹਨਾਂ ਨੇ ਆਪਣੇ ਅਨੁਸਾਰ ਉਹਦਾ ਚੇਂਜ ਕਰ ਲਏ ਨਿਯਮ, ਤੇ ਸਾਰਾ ਪੈਸਾ ਜ਼ਿਆਦਾਤਰ ਉਹ ਲੈ ਗਏ। ਹੁਣ ਜਿੰਨਾ ਕੁ ਪੈਸਾ ਸਾਨੂੰ ਮਿਲਦਾ ਸੀ ਉਹ ਇਕੱਲੇ ਮੰਤਰੀ ਸਾਹਿਬ ਲੈ ਗਏ। ਸੋ ਮੈਨੂੰ ਇਹ ਲੱਗਦਾ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਬਾਕੀ ਪੰਜਾਬ ਨੇ ਫਿਰ ਕੀ ਗਲਤੀ ਕੀਤੀ ਹੈ ਉਸ ਦੇ ਉੱਤੇ ਜਿਹੜਾ ਟੈਕਸ ਪੇ ਕਰ ਰਹੇ ਆ ਉਹ। ਨਹੀਂ, ਪਰ ਭਾਸਕਰ ਸਾਹਿਬ ਫਿਰ ਕੈਪਟਨ ਅਮਰਿੰਦਰ ਸਿੰਘ ਝੱਖ ਮਾਰਦੇ ਰਹੇ ਬੈਠੇ। ਤੁਹਾਨੂੰ ਮੁੱਖ ਮੰਤਰੀ ਹੋਣ ਦਾ ਕੀ ਹੱਕ ਸੀ ਜੇ ਤੁਹਾਡਾ ਇੱਕ ਮੰਤਰੀ ਇੱਕ ਹਲਕੇ 'ਚ ਪੈਸੇ ਲੈ ਗਿਆ? ਇਹ ਤਾਂ ਮੁੱਖ ਮੰਤਰੀ ਨੇ ਚੈੱਕ ਰੱਖਣਾ ਨਾ, ਕਿਤੇ ਕੋਈ ਗਲਤੀ ਤਾਂ ਨਹੀਂ ਹੋ ਰਹੀ। ਠੀਕ ਆ, ਪੈਸੇ ਆਏ ਨੇ, ਉਹਨਾਂ ਲਾਤੇ, ਉਹਨਾਂ ਦੇ ਉੱਤੇ ਕੋਈ ਹਰਫ ਨਹੀਂ ਆਊਗਾ, ਇਹ ਕੋਈ ਕਰਪਸ਼ਨ ਥੋੜੀ ਹੈ। ਪਰ ਐਥੀਕਲੀ ਤੇ ਬਣਦਾ ਨਾ ਕਿ ਤੁਸੀਂ ਚੀਟਿੰਗ ਕੀਤੀ ਹੈ, ਧੋਖਾ ਕੀਤਾ, ਆਪਣੀ ਜਿਹੜੀ ਅਹੁਦੇ ਦੀ ਮਰਿਆਦਾ ਸੀ, ਗਰਿਮਾ ਸੀ, ਜੋ ਉਹਦਾ ਮਾਨ ਸਨਮਾਨ ਸੀ, ਕਿ ਤੁਸੀਂ ਸਾਰੇ ਪੰਜਾਬ ਨੂੰ ਇੱਕ ਅੱਖ ਨਾਲ ਨਹੀਂ ਦੇਖਿਆ। ਮਹਾਰਾਜਾ ਰਣਜੀਤ ਸਿੰਘ ਵਾਂਗ ਤੁਸੀਂ ਫਿਰ ਵੇਖਿਆ ਤਾਂ ਉਦਾਂ ਹੀ ਨਾ ਕਿ ਮੈਂ ਆਪਣੇ ਢੰਗ ਨਾਲ ਆਪਣੀ ਜੇਬ 'ਚ ਪਾ ਲਾਂ। ਹਾਂਜੀ ਭਾਸਕਰ ਸਾਹਿਬ, ਜਿੱਦਾਂ ਇੰਦਰਪ੍ਰੀਤ ਉਹਨਾਂ ਨੇ ਕਿਹਾ ਵੀ ਜਿਹਦੇ ਹੱਥ ਡਾਂਗ ਉਹਦੀ ਮੱਝ, ਇਸ ਕੇਸ ਦੇ ਵਿੱਚ ਮੱਝ ਦਾ ਦੁੱਧ ਸਾਰਾ ਲੈ ਗਏ ਤੇ ਮੱਝ ਬਾਅਦ ਚੋਂ ਛੱਡ ਦਿੱਤੀ ਗਈ ਪਾਥੀਆਂ ਵਾਸਤੇ। ਹੁਣ ਵਿਜੇ ਇੰਦਰ ਸਿੰਗਲਾ ਤੋਂ ਲੈ ਕੇ ਜਿਹੜੇ ਮਰਜ਼ੀ ਮੰਤਰੀ ਦੀ ਗੱਲ ਕਰ ਲਓ, ਜਿਹਦੇ ਕੋਲ ਇੰਪੋਰਟੈਂਟ ਪੋਰਟਫੋਲੀਓ ਹੁੰਦਾ ਹੈ, ਅਸੀਂ ਗੱਲ ਕਰ ਰਹੇ ਹਾਂ ਸੈਂਟਰਲ ਰੋਡ ਫੰਡ ਦੀ, ਜੋ PWD ਮੰਤਰਾਲਿਆ ਦੇ ਨੇ ਕੋਲ ਪੂਰੇ ਅਧਿਕਾਰ ਹੁੰਦੇ ਨੇ ਕਿ ਕਿੱਦਾਂ ਖਰਚਣੇ। ਅਗਲੇ ਨੇ 60% ਸੰਗਰੂਰ ਹੀ ਚਲਾ ਲਏ, ਹਜੇ ਤੇ 60 ਹੀ ਲਾਏ ਨੇ, ਕਈਆਂ ਨੇ ਤੇ 70-80% ਵੀ ਲਾਏ ਸੀ ਇਸ ਤੋਂ ਪਹਿਲੇ। ਤੁਹਾਨੂੰ ਯਾਦ ਹੋਏਗਾ ਜਦ ਬਠਿੰਡੇ ਦੇ ਵਿੱਚ ਡਿਵੈਲਪਮੈਂਟ ਹੁੰਦੀ ਸੀ ਤੇ ਸਾਡੇ ਦੁਆਬੇ ਮਾਝੇ ਵਾਲੇ ਦੇਖਦੇ ਸੀ ਵੀ ਚੱਕਰ ਕੀ ਹੈਗਾ, ਸਾਰੀ ਡਿਵੈਲਪਮੈਂਟ ਬਠਿੰਡੇ ਹੀ ਹੁੰਦੀ ਜਾਂਦੀ ਹੈ। ਉਹਨਾਂ ਬਠਿੰਡੇ ਵਾਲਿਆਂ ਨੇ ਹੀ ਅਕਾਲੀ ਦਲ ਨੂੰ ਸਭ ਤੋਂ ਵੱਡਾ ਧੋਖਾ ਵੀ ਦਿੱਤਾ ਬਾਅਦ ਚੋਂ। ਤੇ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ, ਪਰ ਅਖਬਾਰਾਂ ਦੇ ਵਿੱਚ ਸੁਰਖੀਆਂ ਇਸ ਕਰਕੇ ਬਣਦੀਆਂ ਜਦ ਕੈਗ ਕਹਿ ਦਿੰਦਾ ਕਿ ਵੀ ਦੇਖੋ ਜੀ ਸਾਰਾ ਦੁੱਧ ਉਹੀ ਲੈ ਗਏ। ਉਹ ਸਵਾਲ ਹੁਣ ਉੱਠਿਆ। ਇਹਦੇ ਉੱਤੇ PWD ਮੰਤਰੀ ਜਿਹੜੇ ਰਹਿ ਚੁੱਕੇ ਵਿਜੇ ਇੰਦਰ ਸਿੰਗਲਾ ਹੋਣਾ, ਉਹ ਵਿਜੀਲੈਂਸ ਵਾਲੇ ਵੀ ਤੁਰੇ ਫਿਰਦੇ ਨੇ ਕਿ ਕੁਝ ਠੇਕੇਦਾਰਾਂ ਤੋਂ ਉਹਨਾਂ ਨੇ ਕੁਝ ਆਪਣਾ ਕੰਮ ਇੱਕ ਤਰੀਕੇ ਨਾਲ ਗਲਤ ਤਰੀਕੇ ਨਾਲ ਕੋਈ ਇਨਵੈਸਟੀਗੇਸ਼ਨ ਦੀ ਤੁਰਦੀ ਪਈ ਹੈ। ਪਰ ਹਾਂ, ਆਹ ਜਿਹੜੀ ਗੱਲ ਹੈਗੀ ਹੈ ਇੱਕ ਦਿਨ ਦੀ ਸੁਰਖੀ ਜ਼ਰੂਰ ਬਣੀ ਹੈ, ਪਰ ਅੱਗੇ ਚੱਲ ਕੇ ਇਸ ਮੁੱਦੇ ਦੇ ਉੱਤੇ ਕੋਈ ਐਕਸ਼ਨ ਹੋਏਗਾ ਇਹ ਗੱਲ ਲੱਗਦੀ ਨਹੀਂ। ਹੁਣ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਹ 60% ਵਾਲੀ ਖਬਰ ਪੜ੍ਹੀ ਹੋਏਗੀ ਤੇ ਉਹਨਾਂ ਨੂੰ ਵੀ ਲੱਗਦਾ ਹੋਏਗਾ ਵੀ ਇਹ ਤੇ ਕੀ ਗੱਲ ਹੋਈ, ਪਟਿਆਲੇ ਦੇ ਵਿੱਚ ਵੀ ਇਹ 60% ਹੁੰਦਾ ਤੇ ਗੱਲ ਸੀਗੀ। ਚਲੋ ਹੁਣ ਗੱਲ ਛਪੀ ਹੈ, ਛਪਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ ਹੈ, ਅੱਗੇ ਬਹੁਤੀ ਜਾਏਗੀ ਇਹਦਾ ਕਿਉਂ ਉਮੀਦ ਨਹੀਂ ਹੈਗੀ। ਭਾਸਕਰ ਸਾਹਿਬ, ਇਹਦੇ ਤੇ ਚਰਚਾ ਤਾਂ ਹੋ ਸਕਦੀ ਹੈ ਜੇ ਰਿਪੋਰਟ ਟੇਬਲ ਹੋ ਗਈ ਸਦਨ ਦੇ ਵਿੱਚ, ਰੌਲਾ ਤਾਂ ਪੈ ਸਕਦਾ, ਪਰ ਕਈਆਂ ਨੇ ਮੂੰਹ ਵੀ ਛਪਾਉਣੇ ਆ। ਮੈਂ ਇੱਕ ਸ਼ਬਦ ਪਹਿਲਾਂ ਵਾਪਸ ਲੈ ਲਾਂ। ਤੁਸੀਂ ਕਿਹਾ ਬਠਿੰਡੇ ਵਾਲਿਆਂ ਨੇ ਧੋਖਾ ਕੀਤਾ ਬਾਦਲਾਂ ਨਾਲ। ਬਠਿੰਡੇ ਵਾਲੇ ਮੈਨੂੰ ਲੱਗਦਾ ਸਭ ਤੋਂ ਓਨੈਸਟ ਨੇ ਸਟੇਟ ਪ੍ਰਤੀ। ਉਹ ਫੈਸਲਾ ਕਰਨ ਲੱਗਿਆ ਮਿੰਟ ਨਹੀਂ ਲਾਉਂਦੇ। ਉਹਨਾਂ ਹੀ ਏਰੀਆ ਦੇ ਵਿੱਚੋਂ, ਮਾਲਵੇ ਦੇ ਉਸ ਹਿੱਸੇ ਚੋਂ ਕਦੇ ਜਗਮੀਤ ਬਰਾੜ ਫਰੀਦਕੋਟੋਂ ਆਏ ਸੀ, ਉੱਥੋਂ ਹੀ ਹਰਸਿਮਰਤ ਬਾਦਲ ਵੀ ਆਉਂਦੇ ਆ, ਉੱਥੋਂ ਹੀ ਕਈ ਪੁਰਾਣੇ ਕਾਮਰੇਡ ਵੀ ਆਏ ਆ, ਉੱਥੋਂ ਹੀ ਲਹਿਰਾਂ ਚੱਲੀਆਂ ਨੇ, ਉੱਥੋਂ ਹੀ ਸੱਤਾ ਪਲਟੀ ਆ, ਉੱਥੋਂ ਹੀ ਵੱਡੇ ਵੱਡੇ ਬੰਦੇ ਪੈਦਾ ਹੋਏ ਆ। ਮੈਨੂੰ ਲੱਗਦਾ ਉਹਨਾਂ ਲੋਕਾਂ ਦੀ ਸਮਝ ਸਾਡੇ ਨਾਲੋਂ ਸਿਆਸੀ ਤੌਰ ਤੇ ਮਲਵਈਆਂ ਦੀ ਜ਼ਿਆਦਾ ਹੈ, ਮਝੈਲਾਂ ਨਾਲੋਂ, ਦੁਆਬੇ ਵਾਲਿਆਂ ਨਾਲੋਂ। ਆਪਾਂ ਨੂੰ ਇਹ ਸ਼ਬਦ ਨਹੀਂ ਵਰਤਣੇ ਚਾਹੀਦੇ। ਉਹ ਫੈਸਲਾ ਇਸ ਕਰਕੇ ਨਹੀਂ ਲੈਂਦੇ ਕਿ ਤੁਸੀਂ ਸਾਡੇ ਲਈ ਆਹ ਕੀਤਾ, ਉਹ ਕਹਿੰਦੇ ਕਿਉਂ ਕੀਤਾ, ਕਿਉਂਕਿ ਤੁਸੀਂ ਸਾਡੇ ਲਈ ਸੀਗੇ, ਸਾਡੇ ਲਈ ਕੀਤਾ, ਸਾਡਾ ਸੀਗਾ। ਪਰ ਲੋੜ ਪੈਣ ਤੇ ਉਹ ਬਦਲ ਵੀ ਲੈਂਦੇ ਆ ਪਾਲਾ, ਉੱਥੇ ਰੌਲੇ ਵੀ ਪੈਂਦੇ। ਮੈਂ ਤੁਹਾਡੇ ਵੱਲ ਆਉਣਾ ਹੈ, ਪਰ ਇਹਦੇ 'ਚ ਇੱਕ ਗੱਲ ਹੋਰ ਆ। ਸਾਡੇ ਮਾਝੇ 'ਚ ਵੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਜਦੋਂ ਮੰਡੀਕਰਨ ਬੋਰਡ ਦੇ ਬਣ ਗਏ ਚੇਅਰਮੈਨ, ਮੈਨੂੰ ਯਾਦ ਹੈ ਪੁਰਾਣੀ ਗੱਲ, ਉਦੋਂ ਸ਼ਾਇਦ ਉਹ MLA ਨਹੀਂ ਸੀ ਬਣੇ, ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਰੱਜ ਕੇ ਸੜਕਾਂ ਬਣਾਈਆਂ। ਫਿਰ ਅਗਲੀ ਵਾਰੀ ਉਹ ਇਸੇ ਕਰਕੇ ਜਿੱਤ ਗਏ।
ਹੁਣ ਨਹਿਰਾਂ ਦਾ ਜਾਲ ਵੀ ਉਹਨਾਂ ਦਾ ਉੱਥੇ ਹੀ ਵਿਛਿਆ। ਸੋ ਮੈਂ ਤੁਹਾਡੀ ਗੱਲ ਠੀਕ ਹੈ, ਸੜਕਾਂ ਫਿਰ ਉਹਨਾਂ ਨੇ ਬਹੁਤ ਸ਼ਾਨਦਾਰ ਬਣਾਈਆਂ ਨੇ ਤੇ ਆਪਣੇ ਲੋਕਾਂ ਨੂੰ ਪੂਰੀ ਤਰ੍ਹਾਂ ਸਪੋਰਟ ਕੀਤਾ। ਸਪੋਰਟ ਕਿਹਦੀ ਕਾਸਟ ਤੇ ਕੀਤਾ? ਕਿਤੇ ਬਾਕੀ ਸਟੇਟ ਦੀ ਕਾਸਟ ਤੇ ਨਹੀਂ ਕੀਤਾ। ਇਹ ਇਮਾਨਦਾਰੀ ਨੂੰ ਕਿਹੜੇ ਛਾਬੇ 'ਚ ਰੱਖ ਕੇ ਪਰਖੀਏ, ਲੋਕ ਪੁੱਛਣ ਲੱਗ ਪੈਂਦੇ ਆ। ਇਹ ਮਾਈਨਿੰਗ ਦੇ ਮਾਮਲੇ 'ਚ ਵੀ ਉਹਨਾਂ ਦੀਆਂ ਨੀਤੀਆਂ ਅਜੇ ਤੱਕ ਕ੍ਰਿਟਿਸਾਈਜ਼ ਹੋ ਰਹੀਆਂ। ਇਹ ਮਾਮਲੇ ਆਪਣੀ ਜਗ੍ਹਾ ਨੇ। ਖੈਰ, ਹੁਣ ਤੁਸੀਂ ਕੁਝ ਕਹਿਣਾ ਜੀ? ਕੋਈ ਭਾਸਕਰ ਸਾਹਿਬ ਕਹਿਣਾ ਚਾਹ ਰਹੇ ਸੀ ਜਾਂ ਅੱਗੇ ਵੱਧ ਜਾਈਏ? ਮੈਂ ਇਹੀ ਤੁਹਾਡਾ ਹੀ ਕਹਿਣਾ ਸਵਾਲ ਹੈ। ਚਾਹੁੰਦਾ ਸੀ ਕਿ ਮੈਂ ਜਦ ਕਹਿ ਰਿਹਾ ਸੀਗਾ ਕਿ ਬਠਿੰਡੇ ਵਾਲਿਆਂ ਨੇ ਧੋਖਾ ਦਿੱਤਾ, ਇਹ ਧੋਖੇ ਵਾਲੀ ਗੱਲ ਨਹੀਂ ਹੈ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਸੁਖਬੀਰ ਸਿੰਘ ਬਾਦਲ ਪਿਛਲੇ ਦਿਨਾਂ ਦੇ ਵਿੱਚ ਮਲੋਟ ਵਿੱਚ ਇੱਕ ਐਡਰੈਸ ਕਰਦੇ ਹੋਏ ਭਾਸ਼ਣ, ਯਾਨੀ ਪਾਰਟੀ ਦੇ ਗੈਦਰਿੰਗ ਨੂੰ, ਉਹ ਇਹ ਗੱਲ ਕਹਿ ਰਹੇ ਸੀਗੇ ਕਿ ਸਾਡੇ ਸੈਕਰੀਫਾਈਸ ਨੂੰ ਜੱਟਾਂ ਨੇ, ਕਿਸਾਨਾਂ ਨੇ ਬਹੁਤਾ ਹੁੰਗਾਰਾ ਨਹੀਂ ਦਿੱਤਾ ਜਦ ਅਸੀਂ ਬੀਜੇਪੀ ਦਾ ਸਾਥ ਛੱਡਿਆ ਕਿਸਾਨਾਂ ਕਰਕੇ। ਤੇ ਉਸ ਤੋਂ ਬਾਵਜੂਦ ਵੀ ਸਾਡੀ ਸੀਟਾਂ ਦੇਖੋ ਕਿੰਨੀਆਂ ਆਈਆਂ। ਜੇ ਬੀਜੇਪੀ ਦਾ ਸਾਥ ਨਾ ਛੱਡਦੇ ਤੇ ਘੱਟ ਤੋਂ ਘੱਟ 46 ਸੀਟਾਂ ਪੰਜਾਬ ਦੇ ਵਿੱਚ ਜਿੱਤਦੇ। ਉਸ ਗੱਲ ਨੂੰ ਹੀ ਇੱਕ ਰੈਫਰੈਂਸ ਦੇ ਤਰੀਕੇ ਨਾਲ ਯੂਜ਼ ਕਰਕੇ ਕਿ ਬਠਿੰਡੇ ਦੇ ਵਿੱਚ ਬਹੁਤ ਜ਼ਬਰਦਸਤ ਡਿਵੈਲਪਮੈਂਟ ਅਕਾਲੀ ਦਲ ਨੇ ਕੀਤੀ ਸੀ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਬਠਿੰਡੇ ਵਾਲਿਆਂ ਨੇ ਬਹੁਤਾ ਹੁੰਗਾਰਾ ਤਦ ਵੀ ਅਕਾਲੀ ਦਲ ਨੂੰ ਐਤਕੀ ਨਹੀਂ ਦਿੱਤਾ, ਇਹ ਵੀ ਗੱਲ ਸਾਹਮਣੇ ਹੈਗੀ। ਹਾਂ, ਇਹ ਠੀਕ ਹੈ, ਵਿਸ਼ਲੇਸ਼ਣ ਦੀ ਲੋੜ ਹੈ ਕਿ ਕਿਉਂ ਨਹੀਂ ਦਿੱਤਾ, ਪਰ ਹੁੰਗਾਰਾ ਠੀਕ ਹੈ। ਦੂਜਾ ਸ਼ਬਦ ਜਿਹੜਾ ਵਾ ਉਹ ਅੱਛਾ। ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਵੱਲ ਮੈਂ ਜਾਣਾ ਹੈ ਕਿ ਪੀਐਮ ਦੀ ਸਿਕਿਉਰਿਟੀ ਬ੍ਰੀਚ ਦੇ ਮਾਮਲੇ 'ਚ ਇੱਕ ਚੀਫ ਸੈਕਟਰੀ ਔਰ ਇੱਕ ਸਾਬਕਾ ਡੀਜੀਪੀ, ਦੋਨਾਂ ਦਾ ਰੌਲਾ ਅਜੇ ਤੱਕ ਸੁਰਖੀਆਂ ਬਟੋਰੀ ਜਾਂਦਾ ਹੈ। ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਵੱਲ ਆ ਰਿਹਾ ਕਿ ਸਾਡੀ ਪੀਐਸਪੀਸੀਐਲ ਬਿਜਲੀ ਨਿਗਮ ਸਰਾਂ ਸਾਹਿਬ ਚੇਅਰਮੈਨ, ਇਹਨਾਂ ਨੇ ਜਾਂ ਇਹਨਾਂ ਦੇ ਆਪਣੇ ਢਾਂਚੇ ਨੇ ਇੱਕ ਚਿੱਠੀ ਲਿਖਤੀ ਆ ਬਿਜਲੀ ਰੈਗੂਲੇਟਰ ਨੂੰ, ਬਈ ਸਾਨੂੰ ਆਗਿਆ ਦੇ ਦਿਓ, ਅਸੀਂ ਲੋਡ ਪੈਣ ਤੇ ਬਿਜਲੀ ਬੰਦ ਕਰ ਸਕੀਏ। ਮਤਲਬ ਰੈਗੂਲੇਟਰ ਕਹਦੇ ਹਾਂ ਕਰ ਲਓ, ਤੇ ਫਿਰ ਜਦੋਂ ਲੋਡ ਪਊ ਅਸੀਂ ਉਹਨਾਂ ਦੇ ਮੋਢੇ ਤੇ ਰੱਖ ਦਿਆਂਗੇ ਕਿ ਉਹਨਾਂ ਨੇ ਪਰਮਿਸ਼ਨ ਦਿੱਤੀ ਸੀ। ਇਹਦਾ ਮਤਲਬ ਆਉਂਦੇ ਦਿਨਾਂ 'ਚ ਪੰਜਾਬ ਨੂੰ ਬਲੈਕ ਜ਼ੋਨ 'ਚ ਰੱਖਿਆ ਜਾ ਸਕਦਾ, ਬਿਜਲੀ ਦੇ ਕੱਟ ਬੇਸ਼ੁਮਾਰ ਹੋ ਸਕਦੇ ਆ, ਜਿਹਦੀ ਪ੍ਰਵਾਨਗੀ ਇੰਨੀ ਪਹਿਲਾਂ ਮੰਗ ਲਈ। ਦੋ ਗੱਲਾਂ ਮੈਂ ਕਰਨੀਆਂ ਇਹਦੇ 'ਚ ਭਾਸਕਰ, ਜਿਹੜੀ ਪਿਛਲੀ ਖਬਰ ਆਪਾਂ ਡਿਸਕਸ ਕਰ ਰਹੇ ਹਾਂ ਉਹਦੀ ਤੇ ਇਹ ਇਕੱਠੀਆਂ ਜੁੜਨੀਆਂ ਨੇ। ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰੀ ਬਿਜਲੀ ਮਾਫ ਕੀਤੀ ਸੀਗੀ, ਤੁਹਾਨੂੰ ਯਾਦ ਹੋਊਗਾ, ਪਹਿਲਾ ਫੈਸਲਾ ਸੀ 97 ਵਾਲੀ ਗਵਰਨਮੈਂਟ ਦਾ, ਇਹ ਕੈਬਨਿਟ ਦਾ ਫਸਟ ਫੈਸਲਾ ਇਹੀ ਸੀ ਕਿ ਬਿਜਲੀ ਮਾਫ। ਤਾਂ ਉੱਥੇ ਸੈਕੰਡ ਇਨ ਕਮਾਂਡ ਹੁੰਦੇ ਸੀ ਬਲਰਾਮ ਜੀ ਦਾ ਟੰਡਨ, ਤਾਂ ਉਹਨਾਂ ਨੇ ਕਿਹਾ ਸੀ ਕਿ ਬਾਲ ਸਾਹਿਬ ਹੁਣ ਆਪਾਂ ਕਦੇ ਨਹੀਂ ਹਾਰਦੇ, ਕਿਉਂਕਿ ਜੱਟਾਂ ਨੇ ਤੁਹਾਨੂੰ ਵੋਟਾਂ ਪਾ ਹੀ ਦੇਣੀਆਂ ਨੇ ਸਾਰੀਆਂ। ਤੇ ਲੇਕਿਨ ਅਗਲੀ ਜਿਹੜੀ ਲੋਕ ਸਭਾ ਸੀ ਉਹੀ ਸਾਰੀ ਹਾਰ ਗਏ ਸੀ, ਤੇ ਫੈਸਲਾ ਹੋਇਆ ਕਿ ਨਹੀਂ ਇਹ ਵਾਪਿਸ ਲਓ ਫੈਸਲਾ। ਤੇ ਬਾਦਲ ਸਾਹਿਬ ਨੇ ਕਿਹਾ ਕਿ ਠੀਕ ਹੈ, ਇਹ ਫੈਸਲਾ ਵਾਪਿਸ ਲੈ ਲੈਂਦੇ ਆ ਬਿਜਲੀ ਮੁਫਤ ਵਾਲਾ ਦਾ, ਪਰ ਇਹਦੇ ਅਧਿਕਾਰ ਮੈਨੂੰ ਦੇ ਦਿਓ ਕਿ ਇਹ ਕਦੋਂ ਵਾਪਿਸ ਲੈਣਾ ਹੈ। ਤੇ ਸਾਰੀ ਕੈਬਨਿਟ ਦੇ ਦੇਤਾ ਕਿ ਠੀਕ ਹੈ ਜੀ, ਤੁਸੀਂ ਫੈਸਲਾ ਕਰ ਲਿਓ ਕਿ ਕਦੋਂ ਵਾਪਿਸ ਕਰਨਾ ਹੈ। ਪਰ ਉਹ ਅੱਜ ਤੱਕ ਉਹ ਦਿਨ ਨਹੀਂ ਆਇਆ ਜਦੋਂ ਇਹ ਫੈਸਲਾ ਵਾਪਿਸ ਹੋ ਗਿਆ ਹੋਵੇ। ਸੋ ਦੂਜੀ ਗੱਲ ਜਿਹੜੀ ਤੁਸੀਂ ਕਹੀ ਬਿਜਲੀ ਦਾ, ਦੇਖੋ ਇਹ ਮੈਂ ਇਸ ਕਰਕੇ ਇਹਦੇ ਨਾਲ ਜੋੜ ਰਿਹਾ, ਇਹ ਗੱਲ ਸੁਣਾਉਣ ਦਾ ਮਤਲਬ ਮੇਰਾ ਇਹ ਸੀ ਕਿ ਜਿਹੜੀ ਉਦੋਂ 350 ਕਰੋੜ ਰੁਪਏ ਦੀ ਸਬਸਿਡੀ ਸੀ, ਉਹ ਅੱਜ ਕੱਲੀ ਕਿਸਾਨਾਂ ਦੀ ਹੋਈ 10,000 ਕਰੋੜ ਦੇ ਆਸ-ਪਾਸ ਪਹੁੰਚ ਗਈ ਹੈ। ਤੇ ਇਨ ਟੋਟਲ ਬਾਕੀ ਵਰਗਾਂ ਨੂੰ ਵੀ ਜੇ ਆਪਾਂ ਲਾ ਦਈਏ, ਇੰਡਸਟਰੀ ਦੀ, ਘਰੇਲੂ ਵੀ ਤੇ ਹੋਰ ਸਾਰੀਆਂ, ਇਹ ਮਿਲਾ ਕੇ ਹੁਣ 19,645 ਕਰੋੜ ਦੀ ਹੋ ਗਈ ਹੈ। ਇੰਨਾ ਵੱਡਾ ਜਿਹੜਾ ਮਤਲਬ ਉਹ ਹੈਗਾ, ਉਹ ਸਸਟੇਨ ਹੋ ਪਾਊਗਾ ਕਿ ਨਹੀਂ, ਇਹ ਇੱਕ ਅਲੱਗ ਸਵਾਲ ਹੈ। ਕਿਉਂਕਿ ਇਹਦੇ ਵਿੱਚ ਹੀ ਜਿਹੜੀ ਟਰਾਂਸਮਿਸ਼ਨ ਲਾਈਨ ਹੈ, ਜੇ ਸਾਡੇ ਕੋਲ ਪੈਸਾ ਬਚੂਗਾ ਤਾਂ ਹੀ ਪਾਵਰਕਾਮ ਜਿਹੜਾ ਹੈਗਾ ਉਹ ਟਰਾਂਸਮਿਸ਼ਨ ਲਾਈਨਸ ਵਿਛਾ ਸਕੂਗਾ। ਹੁਣ ਸਵਾਲ ਹੈਗਾ ਸਾਡੀ ਜਿਹੜੀ ਡਿਮਾਂਡ ਵੱਧਦੀ ਜਾ ਰਹੀ ਹੈ, ਡਿਮਾਂਡ ਸਾਡੀ 15,000 ਮੈਗਾਵਾਟ ਤੋਂ ਕ੍ਰਾਸ ਹੋ ਜਾਣੀ ਹੈ ਜਿਸ ਦਿਨ ਪੈਡੀ ਦੀ ਸੋਇੰਗ ਸ਼ੁਰੂ ਹੋਗੀ। ਤਾਂ ਸਾਡੇ ਕੋਲੇ ਜਿਹੜੀ ਅਵੇਲੇਬਲ ਹੈ ਉਹ 14,500 ਕਰੋੜ ਹੈ, ਯਾਨੀ ਕਿ 1000 ਕਰੋੜ ਦਾ ਗੈਪ ਹੈ। ਇਹ ਗੈਪ ਰੰਧਾਵਾ ਸਾਹਿਬ ਹਮੇਸ਼ਾ ਹੀ ਰਹੂਗਾ, ਕਿਉਂਕਿ ਅਸੀਂ ਚਾਹੀਏ ਵੀ ਤਾਂ ਵੀ ਅਸੀਂ ਬਾਹਰੋਂ ਨਹੀਂ ਲਿਆ ਸਕਦੇ, ਕਿਉਂਕਿ ਸਾਡੇ ਕੋਲ ਟਰਾਂਸਮਿਸ਼ਨ ਲਾਈਨਸ ਹੀ ਨਹੀਂ ਹੈ। ਤਾਂ ਉਹ ਜਿਹੜਾ 1000 ਮੈਗਾਵਾਟ ਦਾ ਜਿਹੜਾ ਗੈਪ ਹੈ ਉਹ ਪੂਰਾ ਕਿਵੇਂ ਹੋਊਗਾ? ਉਹ ਪੂਰਾ ਹੋਊਗਾ ਕੱਟ ਲਗਾ ਕੇ। ਤੇ ਕੱਟ ਕਿਵੇਂ? ਉਹਦੇ ਲਈ ਤਾਂ ਫਿਰ ਤੁਹਾਨੂੰ ਰੈਗੂਲੇਟਰ ਕੋਲ ਜਾਣਾ ਹੀ ਪੈਣਾ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਸੀ ਵੀ ਇਹ ਤਾਂ ਹਜੇ ਬਹੁਤ ਬਾਅਦ ਵਾਲੀ ਗੱਲ ਹੈ ਕਿ ਸਰਕਾਰ ਨੇ ਪਹਿਲਾਂ ਹੀ ਉਹ ਪਰਮਿਸ਼ਨਾਂ ਲੈ ਲਈਆਂ ਰੈਗੂਲੇਟਰ ਤੋਂ ਕਿ ਹੁਣ ਅਸੀਂ ਜਦੋਂ ਮਰਜ਼ੀ ਕੱਟ ਲਗਾਉਂਦੇ ਰਹੀਏ। ਤੇ ਇਹ ਜਿਹੜੀ ਇਹਦਾ ਮਤਲਬ ਇਹ ਹੈਗਾ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਕਿ ਗਰਮੀ ਹੋਰ ਵਧਣੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਭਾਰੀ ਕੱਟਾਂ ਲਈ ਤਿਆਰ ਰਹਿਣਾ ਹੀ ਚਾਹੀਦਾ। ਜਿਹੜੀ ਇੰਦਰਪ੍ਰੀਤ ਜੀ ਨੇ ਗੱਲ ਕੀਤੀ ਉਹਦੇ ਵਿੱਚ ਤੁਸੀਂ ਜਿਹੜਾ ਕਰੋੜ ਸ਼ਬਦ ਹੈ 14,000 ਕਰੋੜ 15,000 ਕਰੋੜ, ਉਹਨੂੰ 14,000 ਨਹੀਂ 14 ਮੈਗਾਵਾਟ 14,000 ਮੈਗਾਵਾਟ ਵਜੋਂ ਹੀ ਦੇਖਿਆ ਸੁਣਿਆ ਜਾਵੇ। ਭਾਸਕਰ ਸਾਹਿਬ, ਹੁਣ ਆਪਾਂ ਚੱਲਣਾ ਬਹੁਤ ਕਾਲੀ 'ਚ, 3 ਖਬਰਾਂ ਲੈਣੀਆਂ ਨੇ ਤੇ ਤਿੰਨੇ ਹੀ ਬੜੀਆਂ ਅਹਿਮ ਨੇ। ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਅੱਜ ਇੱਕ ਵੱਡੀ ਅਖਬਾਰ 'ਚੋਂ ਫਿਰ ਸਾਰੀ ਰਿਪੋਰਟ ਪ੍ਰਕਾਸ਼ਿਤ ਹੋਈ ਆ, ਜਦੋਂ
ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਆਉਂਦੇ ਨੇ ਇਸ ਮਾਲਵਾ ਜ਼ੋਨ 'ਚ ਔਰ ਉੱਥੇ ਉਹਨਾਂ ਦੀ ਸਿਕਿਉਰਿਟੀ ਬ੍ਰੀਚ ਦਾ ਰੌਲਾ ਪੈ ਜਾਂਦਾ, ਜਿਸ 'ਚ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈਂਦਾ ਹੈ। ਤੇ ਉਹ ਜਿਹੜੀ ਰਿਪੋਰਟ ਹੈ ਉਹਦੇ ਉੱਤੇ ਹੁਣ ਤੱਕ ਕਾਰਵਾਈ ਨਹੀਂ ਹੋਈ ਔਰ ਸਾਡੇ ਇੱਥੇ 2 ਵੱਡੇ ਅਧਿਕਾਰੀ, ਇੱਕ ਸਾਬਕਾ ਇੱਕ ਮੌਜੂਦਾ, ਤੇ ਹੋਰ ਕਾਫੀ ਸਾਰੇ ਲੋਕ, ਉਹਨਾਂ ਨੂੰ ਇਸ ਸੂਚੀ 'ਚ ਰੱਖਿਆ ਗਿਆ। ਇਹਦੇ ਉੱਤੇ ਕੀ ਹੁਣ ਲੇਟੈਸਟ ਕੀ ਆ, ਇਹ ਖਬਰ ਕਿਉਂ ਛਪ ਗਈ, ਇਹਦੇ ਉੱਤੇ ਜ਼ਰੂਰ ਗੱਲ ਕਰੋ। 2 ਗੱਲਾਂ ਹੈ ਖਬਰ ਛਪਣ ਦੀ। ਇੱਕ ਅਜਨਾਲਾ ਇਨਸੀਡੈਂਟ ਜਿਹੜਾ ਪਿੱਛੇ ਹੋਇਆ ਸੀ, ਉਹਦੇ ਵਿੱਚ ਵਿਰੋਧੀ ਪਾਰਟੀਆਂ ਤੇ ਕੇਂਦਰ ਪੁੱਛ ਰਹੀ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਐਕਸ਼ਨ ਕੀ ਲਿੱਤਾ। ਹਜੇ ਤੱਕ ਐਕਸ਼ਨ ਕੋਈ ਲਿੱਤਾ ਨਹੀਂ। ਹੁਣ ਇਹ 5 ਜਨਵਰੀ 2022 ਦੀ ਗੱਲ ਹੈ, ਇਲੈਕਸ਼ਨਾਂ ਤੋਂ ਪਹਿਲੇ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਰੈਲੀ ਅਟੈਂਡ ਕਰਨ ਵਾਸਤੇ, ਰੈਲੀ ਐਡਰੈਸ ਕਰਨ ਵਾਸਤੇ ਆਉਣਾ ਸੀਗਾ। ਬਾਰਿਸ਼ ਹੋਣ ਕਰਕੇ ਉਹਨਾਂ ਨੇ ਰੋਡ ਦਾ ਰਸਤਾ ਅਪਣਾਉਣ ਦਾ ਇੱਕ ਫੈਸਲਾ ਕੀਤਾ, ਜਿਹਦੇ ਕਰਕੇ ਉਸ ਪੁਲ ਦੇ ਉੱਤੇ, ਜਿਸ ਪੁਲ ਦੇ ਉੱਤੇ ਕਿਸਾਨਾਂ ਦਾ ਇੱਕ ਛੋਟਾ ਜਿਹਾ ਪ੍ਰਦਰਸ਼ਨ ਚੱਲ ਰਿਹਾ ਸੀਗਾ, ਜਿਹਦੇ ਕਰਕੇ ਪ੍ਰਧਾਨ ਮੰਤਰੀ ਨੂੰ 20 ਮਿੰਟ ਉਸ ਪੁਲ ਦੇ ਉੱਤੇ ਰੁਕਣਾ ਪਿਆ। ਔਰ ਉਹ ਸਾਰੀ ਚੀਜ਼ਾਂ ਦੇ ਵਿੱਚ ਰੂਟ ਕਲੀਅਰ ਕਿੰਨੇ ਕੀਤਾ, ਉਹ ਸਾਰੀ ਇਨਕੁਆਇਰੀ ਬਾਅਦ ਚੋਂ ਸੁਪਰੀਮ ਕੋਰਟ ਨੇ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਦੇ ਵਿੱਚ ਕੀਤੀ ਸੀਗੀ। ਪਰ ਤੁਹਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਹੈ ਕਿ ਜਦ ਪ੍ਰਧਾਨ ਮੰਤਰੀ 5 ਜਨਵਰੀ ਨੂੰ ਵਾਪਸ ਦਿੱਲੀ ਜਾ ਰਹੇ ਸੀ ਤੇ ਉਸ ਬਠਿੰਡੇ 에ਅਰਪੋਰਟ ਦੇ ਵਿੱਚ ਕਿਸੇ ਸਿਕਿਉਰਿਟੀ ਵਾਲੇ ਨੂੰ ਇਹ ਗੱਲ ਕਹਿ ਗਏ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਕਿ ਮੈਂ ਜਿੰਦਾ ਵਾਪਸ ਜਾ ਰਹਾ ਹਾਂ। ਉਸ ਗੱਲ ਦੇ ਉੱਤੇ ਜਿਹੜੀ ਗੱਲ ਸ਼ੁਰੂ ਹੋਈ ਸੀ ਅੱਜ ਤੱਕ ਉਦਾਂ ਹੀ ਤੁਰਦੀ ਹੈ, ਕਿਉਂਕਿ ਇੰਦੂ ਮਲਹੋਤਰਾ, ਉਹਨਾਂ ਨੇ, ਜਸਟਿਸ ਇੰਦੂ ਮਲਹੋਤਰਾ ਨੇ ਆਪਣੀ ਰਿਪੋਰਟ 25 ਅਗਸਤ ਨੂੰ 2022 ਨੂੰ ਸੁਪਰੀਮ ਕੋਰਟ ਦੇ ਵਿੱਚ ਦੇ ਦਿੱਤੀ ਸੀ। ਇਸ ਤੋਂ ਪਹਿਲੇ ਸੂਬੇ ਨੇ ਵੀ ਤੇ ਕੇਂਦਰ ਨੇ ਵੀ ਇੱਕ ਕਮੇਟੀ ਬਣਾਈ ਸੀ ਇਸ ਗੱਲ ਦੀ ਇਨਵੈਸਟੀਗੇਸ਼ਨ ਦੀ, ਜਿਹਦੀ ਇਨਵੈਸਟੀਗੇਸ਼ਨ ਦੇ ਉੱਤੇ ਜਾਂ ਕਾਰਵਾਈ ਦੇ ਉੱਤੇ ਸੁਪਰੀਮ ਕੋਰਟ ਨੇ ਰੋਕ ਲਾਤੀ ਸੀ। ਤੇ ਉਹਨਾਂ ਨੇ ਕਿਹਾ ਸੀ ਜਸਟਿਸ ਇੰਦੂ ਮਲਹੋਤਰਾ, ਉਹਨਾਂ ਦੀ ਜਿਹੜੀ ਕਮੇਟੀ ਹੈ, ਉਹਦੀ ਫਾਈਂਡਿੰਗ, ਉਹਦੀ ਰਿਪੋਰਟ ਉਹ ਫਾਈਨਲ ਹੋਏਗੀ। ਤੇ ਇਸ ਕਰਕੇ ਸੂਬੇ ਦੀ ਔਰ ਕੇਂਦਰ ਦੀ ਕਮੇਟੀਆਂ ਇਹਦੇ ਮੁੱਦੇ ਤੋਂ ਜ਼ਿਆਦਾ ਅੱਗੇ ਨਾ ਵਧਣ। ਇੰਦੂ ਮਲਹੋਤਰਾ ਉਹਨਾਂ ਦੀ ਰਿਪੋਰਟ ਦੇ ਵਿੱਚ ਉਸ ਟਾਈਮ ਦੇ ਮੁੱਖ ਸਕੱਤਰ ਅਨਿਰੁੱਧ ਤਿਵਾਰੀ ਉਹਨਾਂ ਨੂੰ ਤੇ ਉਸ ਟਾਈਮ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਉਹਨਾਂ ਨੂੰ ਰਿਸਪੌਂਸਿਬਲ ਠਹਿਰਾਇਆ ਸੀਗਾ, ਕਿਉਂਕਿ ਬਲੂ ਬੁੱਕ ਦੇ ਹਿਸਾਬ ਨਾਲ, ਬਲੂ ਬੁੱਕ ਹੁੰਦੀ ਹੈ ਕਿ ਜਦ ਵੀ ਪ੍ਰਾਈਮ ਮਿਨਿਸਟਰ ਕਿਸੇ ਸੂਬੇ ਦੇ ਵਿੱਚ ਜਾਂ ਬਾਹਰ ਵੀ ਜਾਂਦੇ ਨੇ ਤੇ ਐਸਪੀਜੀ ਨੂੰ ਵੀ ਔਰ ਸੂਬੇ ਦੀ ਪੁਲਿਸ ਨੂੰ ਵੀ ਬਲੂ ਬੁੱਕ ਦੇ ਵਿੱਚ ਪੂਰਾ ਪ੍ਰੋਸੀਜਰ ਲਿਖਿਆ ਹੁੰਦਾ, ਉਹਨੂੰ ਫੋਲੋ ਕਰਨਾ ਹੁੰਦਾ। ਉਸ ਬਲੂ ਬੁੱਕ ਦੇ ਹਿਸਾਬ ਨਾਲ ਜਿਹੜੇ ਚੀਫ ਸੈਕਟਰੀ ਸੀਗੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦੇ ਕਨਵੋਏ ਦੇ ਵਿੱਚ ਹੋਣਾ ਚਾਹੀਦਾ ਸੀ, ਪਰ ਉਹਨਾਂ ਨੂੰ ਉਸ ਟਾਈਮ ਕੋਵਿਡ ਹੋ ਗਿਆ ਸੀ, ਇਹ ਰੀਜ਼ਨ ਦਿੱਤਾ ਸੀ, ਜਿਹਦੇ ਕਰਕੇ ਮੁੱਖ ਸਕੱਤਰ ਅਨਿਰੁੱਧ ਤਿਵਾਰੀ ਹੋਣਾ ਉਸ ਦੇ ਵਿੱਚ ਨਹੀਂ ਰਹਿ ਸਕੇ। ਪਰ ਆਪਣੀ ਜਗ੍ਹਾ ਦੇ ਵਿੱਚ, ਆਪਣੀ ਜਗ੍ਹਾ ਕਿਸੇ ਹੋਰ ਨੂੰ ਉੱਥੇ ਉਸ ਕਨਵੋਏ ਦੇ ਨਾਲ ਸੀਨੀਅਰ ਅਫਸਰ ਨੂੰ ਭੇਜਣਾ, ਉਹਦੇ ਉੱਤੇ ਵੀ ਉਹ ਫੇਲ ਹੋਏ ਸੀ। ਐਦਾਂ ਹੀ ਡੀਜੀਪੀ ਸਾਹਿਬ ਦਾ ਇਹ ਡਿਊਟੀ ਬਣਦੀ ਸੀਗੀ ਕਿ ਉਸ ਰੂਟ ਨੂੰ ਕਲੀਅਰ ਕਰਵਾਉਣ, ਪਰ ਇਹਦੇ ਬਾਵਜੂਦ ਵੀ ਨਾ ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਹੋਣਾ ਉਸ ਕਨਵੋਏ ਦੇ ਵਿੱਚ ਸੀਗੇ ਔਰ ਨਾ ਹੀ ਉਹਨਾਂ ਨੇ ਰੂਟ ਕਲੀਅਰ ਕਰਾਉਣ ਵਾਸਤੇ ਕੋਈ ਰਿਸਪੌਂਸਿਬਿਲਿਟੀ ਸਮਝੀ। ਹੋਰ ਵੀ ਕਈ ਅਫਸਰਾਂ ਦੇ ਨਾਂ ਇਸ ਇੰਦੂ ਮਲਹੋਤਰਾ ਉਹਨਾਂ ਦੀ ਜਿਹੜੀ ਰਿਪੋਰਟ ਹੈ, ਇਨਕੁਆਇਰੀ ਹੈ, ਉਹਦੇ ਵਿੱਚ ਨਾ ਆਏ ਨੇ, ਜਿਹਦੇ ਵਿੱਚ ਉਸ ਟਾਈਮ ਦੇ ਏਡੀਜੀਪੀ ਹੁੰਦੇ ਸੀ ਜੀ ਨਾਗੇਸ਼ਵਰ ਰਾਏ, ਏਡੀਜੀਪੀ ਨਰੇਸ਼ ਅਰੋੜਾ, ਆਈਜੀ ਰਾਕੇਸ਼ ਅਗਰਵਾਲ ਉਸ ਟਾਈਮ ਆਈਜੀ ਹੁੰਦੇ ਸੀਗੇ। ਉਸ ਤੋਂ ਇਲਾਵਾ ਸੁਰਜੀਤ ਸਿੰਘ ਡੀਆਈਜੀ ਹੁੰਦੇ ਸੀਗੇ ਔਰ ਇੰਦਰਬੀਰ ਸਿੰਘ ਇਹ ਵੀ ਡੀਆਈਜੀ ਹੁੰਦੇ ਸੀਗੇ। ਚਰਨਜੀਤ ਸਿੰਘ ਐਸਪੀ ਮੋਗਾ ਹੁੰਦੇ ਸੀ ਉਸ ਟਾਈਮ ਔਰ ਹਰਮਨਦੀਪ ਸਿੰਘ ਹੰਸ ਜਿਹੜੇ ਫਿਰੋਜ਼ਪੁਰ ਦੇ ਐਸਐਸਪੀ ਹੁੰਦੇ ਸੀ। ਇਹਨਾਂ ਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਜਸਟਿਸ ਇੰਦੂ ਮਲਹੋਤਰਾ ਉਹਨਾਂ ਦੀ ਕਮੇਟੀ ਦੇ ਵਿੱਚ ਫਿਕਸ ਕੀਤੀ ਗਈ ਸੀ। 6-7 ਮਹੀਨੇ ਹੋ ਗਏ ਨੇ, ਹਜੇ ਤੱਕ ਸੂਬੇ ਦੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿੱਤਾ। ਇਸ ਰਿਪੋਰਟ ਦੇ ਨਸ਼ਰ ਹੋਣ ਤੋਂ ਬਾਅਦ ਕੀ ਸੂਬੇ ਦੀ ਸਰਕਾਰ ਉਸ ਵਕਤ ਦੇ ਜਿਹੜੇ ਅਫਸਰ ਸਹਿਬਾਨ ਸੀਗੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈਂਦੇ ਨੇ? ਇਹ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇੱਕ ਸੁਰਖੀ ਜ਼ਰੂਰ ਬਣੇਗੀ ਕਿ ਕੀ ਐਕਸ਼ਨ ਸੂਬੇ ਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬ੍ਰੀਚ ਦੇ ਸੀਰੀਅਸ ਮਾਮਲੇ ਦੇ ਵਿੱਚ ਹਜੇ ਤੱਕ ਲਿੱਤਾ। ਉਹਨਾਂ ਦਿਨਾਂ 'ਚ ਚੋਣਾਂ ਸੀ ਤੇ ਚੋਣਾਂ ਦੇ ਵਿੱਚ ਇਹਨੂੰ ਸਿਆਸਤ ਨਾਲ ਵੀ ਜੋੜਿਆ ਗਿਆ ਤੇ ਇਹਨੂੰ ਸਿਆਸੀ ਮੰਨ ਲਿਆ ਗਿਆ। ਇਹਨੂੰ ਸ਼ਾਇਦ ਉਨੀ ਤਵੱਜੋ ਜੇ ਨੈਸ਼ਨਲ ਮੀਡੀਆ ਨਾ ਦਿੰਦਾ, ਪੰਜਾਬ ਦੇ ਵਿੱਚ ਕੋਈ ਬਹੁਤੀ ਵੱਡੀ ਗੱਲ ਇਹ ਮੰਨੀ ਨਹੀਂ ਜਾਂਦੀ। ਉਂਝ ਇਹਨੂੰ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੋਣ ਕਰਕੇ ਇੱਥੇ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ ਸੀ, ਖੂਬ ਸਿਆਸਤ ਹੋਈ। ਹੁਣ ਮੈਨੂੰ ਲੱਗਦਾ ਇਹ ਧੂੜ ਫੱਕਦੀ ਹੈ, ਫਾਈਲ ਪਤਾ ਨਹੀਂ ਕਦੇ ਨਿਕਲੇ ਵੀ ਕਿ ਨਹੀਂ। ਇੰਦਰਪ੍ਰੀਤ ਜੀ, ਇਹ ਕਪਲ ਸਿੱਬਲ ਦਾ ਇਨਸਾਫ ਕੀ ਆ? ਆਪਣੇ ਵਾਲੇ ਪਾਸਿਓਂ ਵੀ ਹੁੰਗਾਰਾ ਮਿਲਣ ਲੱਗ ਗਿਆ ਜਾਂ ਹੁਣ ਕੀ ਕਹਿੰਦੇ ਹੁੰਦੇ ਆ ਕਿ ਮਰਦੀ ਨੇ ਅੱਖ ਚੱਬਿਆ, ਅਗਲੀ ਗੱਲ ਮੈਂ ਕਹਿਣੀ ਨਹੀਂ, ਤੇ ਹੋਰ ਜਦੋਂ ਕੋਈ ਰਾਹ ਨਾ ਬਚਣ ਤੇ ਫਿਰ ਇਹਦਾ ਮਤਲਬ ਹੈ ਕਿ ਕਪਲ ਸਿੱਬਲ ਜਿਹੜੇ ਕਦੇ ਕਾਂਗਰਸ ਦਾ ਚਿਹਰਾ ਸੀ, ਵੱਡੇ ਵਕੀਲ ਨੇ ਸੁਪਰੀਮ ਕੋਰਟ ਦੇ, ਉਹਨਾਂ ਨੇ ਕਿਸੇ ਦੂਜੀ ਪਾਰਟੀ ਤੋਂ ਰਾਜ ਸਭਾ ਦੀ ਨੋਮੀਨੇਸ਼ਨ ਤੋਂ ਲੈ ਕੇ ਮੈਂਬਰੀ ਤੱਕ ਲਈ ਤੇ ਹੁਣ ਉਹਨਾਂ ਦਾ ਇਰਾਦਾ ਨੈਸ਼ਨਲ ਪੋਲਿਟਿਕਸ ਵਿੱਚ ਇੱਕ ਵੱਖਰੀ ਧਾਰਾ ਵਗਾਉਣ ਦਾ। ਇਹਦੇ ਤੇ ਟਿੱਪਣੀ ਦਿਓ ਜ਼ਰਾ।
ਰੰਧਾਵਾ ਸਾਹਿਬ, ਸਾਰਾ ਕੁਝ 2024 ਨੂੰ ਲੈ ਕੇ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਭਾਜਪਾ ਤੇ ਉਹਨਾਂ ਦੀਆਂ ਸਹਿਯੋਗੀ ਪਾਰਟੀਆਂ ਦੇ ਗਠਜੋੜ ਦੇ ਮੁਕਾਬਲੇ ਅਸੀਂ ਇੱਕ ਆਪਣਾ ਵੱਡਾ ਗਠਜੋੜ ਖੜਾ ਕਰੀਏ ਜਿਹੜਾ ਸੰਯੁਕਤ ਹੋਵੇ, ਜੁਆਇੰਟ ਹੋਵੇ, ਵਿਖਰਿਆ ਹੋਇਆ ਨਾ ਹੋਵੇ। ਪਰ ਪ੍ਰੋਬਲਮ ਇਹੀ ਹੈ ਕਿ ਇੱਕ ਤਾਂ ਐਡੇ ਸਿਆਸੀ ਕੱਦ ਦਾ ਕੋਈ ਲੀਡਰ ਸਾਡੇ ਕੋਲੇ ਨਹੀਂ ਹੈਗਾ ਜਿਹੜਾ ਮਤਲਬ ਇਸ ਸਾਰੀ ਚੀਜ਼ ਨੂੰ ਲੀਡ ਕਰੇ। ਇੱਕ ਨਿਤੀਸ਼ ਕੁਮਾਰ ਜੀ ਦਾ ਨਾਂ ਜ਼ਰੂਰ ਆਉਂਦਾ ਹੈ, ਕਦੇ ਵਾਰ ਮਮਤਾ ਬੈਨਰਜੀ ਦਾ ਆਉਂਦਾ ਹੈ, ਪਰ ਸਹਿਮਤੀ ਕਿਸੇ ਤੇ ਨਹੀਂ ਬਣ ਰਹੀ। ਬਹੁਤ ਵਾਰੀ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਹਾ ਕਿ ਉਹ ਅੱਗੇ ਆਣ ਤੇ ਉਹ ਲੱਗਣ, ਪਰ ਪ੍ਰਕਾਸ਼ ਸਿੰਘ ਬਾਦਲ ਦੀ ਹੁਣ ਨਾ ਤਾਂ ਏਜ ਹੈ ਕਿ ਉਹ ਇੰਨੀ ਸਾਰੀ ਪਾਰਟੀਆਂ ਨੂੰ ਇਕੱਠਾ ਲੈਣ ਲਈ ਮਸ਼ੱਕਤ ਕਰ ਸਕਣ। ਦੂਜਾ ਫਿਰ ਇਹ ਵਿਚਾਰਧਾਰਕ ਲੜਾਈ ਜਿਹੜੀ ਹੈਗੀ ਹੈ ਕਾਂਗਰਸ ਦੇ ਸਾਰੀਆਂ ਜਿਹੜੀਆਂ ਖੇਤਰੀ ਧਿਰਾਂ ਹੈਗੀਆਂ ਨੇ ਉਹਨਾਂ ਦੀ ਕਿਤੇ ਨਾ ਕਿਤੇ ਲੜਾਈ ਉੱਥੇ ਕਾਂਗਰਸ ਨਾਲ ਸਿੱਧੀ ਹੈ। ਤਾਂ ਹੁਣ ਜਿਵੇਂ ਸਪੋਜ਼ ਪੰਜਾਬ 'ਚ ਹੀ ਹੈ, ਪੰਜਾਬ 'ਚ ਅਕਾਲੀ ਦਲ ਦੀ ਲੜਾਈ ਸਿੱਧੀ ਕਾਂਗਰਸ ਨਾਲ ਹੈ। ਹੁਣ ਜੇ ਕਾਂਗਰਸ ਮੇਨ ਧੜਾ ਬਣਦੀ ਹੈ ਇਸ ਗਠਜੋੜ ਦਾ ਤਾਂ ਉਸ 'ਚ ਅਕਾਲੀ ਦਲ ਪਾਰਟਿਸਿਪੇਟ ਨਹੀਂ ਕਰੇਗਾ। ਇਹ ਤਾਂ ਉਹਨਾਂ ਨੇ, ਜਦੋਂ ਤੁਹਾਨੂੰ ਯਾਦ ਹੋਊਗਾ ਪਿੱਛੇ ਜੇ ਚੰਦੂ ਮਾਜਰਾ ਹੋਰਾਂ ਦੀ ਇੱਕ ਕਮੇਟੀ ਵੀ ਬਣਾਈ ਸੀ ਅਕਾਲੀ ਦਲ ਨੇ ਕਿ ਸਾਰੀਆਂ ਧਿਰਾਂ ਨਾਲ ਗੱਲ ਕਰੋ, ਜਿਹੜਾ ਕੰਮ ਅੱਜ ਕਪਿਲ ਸਿੱਬਲ ਕਰ ਰਹੇ ਨੇ। ਕਿਸੇ ਪਿਛਲੇ ਸਾਲ ਇਹੀ ਸੇਮ ਕੰਮ ਚੰਦੂ ਮਾਜਰਾ ਹੋਰਾਂ ਦੀ ਕਮੇਟੀ ਨੇ ਵੀ ਕੀਤਾ ਸੀਗਾ, ਉਹ ਵੀ ਸਾਰੀਆਂ ਰੀਜਨਲ ਪਾਰਟੀਆਂ ਨੂੰ ਮਿਲ ਕੇ ਆਏ ਸੀ। ਪਰ ਦਿੱਕਤ ਉੱਥੇ ਹੀ ਮੈਂ ਤੁਹਾਨੂੰ ਦੱਸਿਆ ਕਿ ਇਹੀ ਦੋ ਵੱਡੀਆਂ ਨੇ, ਇੱਕ ਤਾਂ ਕਾਂਗਰਸ ਨਾਲ ਚੱਲਣਾ ਜਦੋਂ ਉਹਦੀ ਸਿੱਧੀ ਲੜਾਈ ਹੈ, ਤੇ ਦੂਸਰਾ ਕੋਈ ਇਹੋ ਜਿਹਾ ਲੀਡਰ ਜਿਹਦੇ ਤੇ ਪਿੱਛੇ ਲੱਗ ਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ। ਇਹ ਦੋਨੋਂ ਚੀਜ਼ਾਂ ਦੀ ਬਹੁਤ ਵੱਡੀ ਘਾਟ ਹੈ ਜਿਹਦੇ ਕਰਕੇ ਇਹ ਮੋਰਚਾ ਜਿਹੜਾ ਹੈਗਾ ਉਹ ਬਣ ਨਹੀਂ ਪਾ ਰਿਹਾ। ਕਪਿਲ ਸਿੱਬਲ ਹੋਰਾਂ ਨੇ ਹੁਣ ਟਰਾਈ ਕੀਤੀ ਹੈ ਕਿ ਉਹ ਕਰਨ, ਉਹ ਖੁਦ ਹੀ ਮੰਨ ਰਹੇ ਨੇ ਕਿ ਹਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਜਿੱਥੇ ਕਾਂਗਰਸ ਦਾ ਜਿਹੜਾ ਸਿੱਧਾ ਮੁਕਾਬਲਾ ਹੈ ਉਹਦੇ ਨਾਲ ਫਿਰ ਦੂਜੀਆਂ ਪਾਰਟੀਆਂ ਨਹੀਂ ਚੱਲ ਪਾ ਰਹੀਆਂ। ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਤੇ ਭਾਜਪਾ ਵਾਲੇ ਖੁਸ਼ ਹੋਣੇ ਆ ਕਿ ਚਲੋ ਜਿੰਨੇ ਥਾਈਂ ਦਾਲ ਵੰਡੀ ਜਾਵੇ ਓਨਾ ਹੀ ਚੰਗਾ। ਤੇ ਇਹ ਜਦੋਂ ਕਿਧਰੇ ਕਾਂਗਰਸ ਦੀ ਅਗਵਾਈ ਦੇ ਵਿੱਚ ਕੁਝ ਲੋਕ ਇਕੱਠੇ ਹੁੰਦੇ ਆ, ਇੱਧਰਲੇ ਬੰਨੇ ਜਿਹੜੇ ਕੇਜਰੀਵਾਲ ਸਾਹਿਬ ਦਾ ਇੱਕ ਮੋਰਚਾ, ਹੁਣ ਕਪਿਲ ਸਿੱਬਲ ਰਹਿੰਦੇ ਹੁੰਦੇ ਉੱਧਰ ਜੁੜਨਗੇ, ਤੇ ਜਦੋਂ ਇਹ ਵੰਡ ਕੇ ਲੜਨਗੇ ਤਾਂ ਬੀਜੇਪੀ ਫਾਇਦੇ 'ਚ ਮਹਿਸੂਸ ਕਰਦੀ ਹੋਊਗੀ। ਭਾਸਕਰ ਸਾਹਿਬ, ਇੱਥੇ ਤੇ ਕੁਝ ਕਹੋ। ਨਾਲ ਇੰਟਰਪੋਲ ਨੇ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਮੌੜ ਮੰਡੀ ਬੰਬ ਧਮਾਕੇ ਨੂੰ ਲੈ ਕੇ, ਜਿਹਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਔਰ ਡੇਰਾ ਪ੍ਰੇਮੀਆਂ ਦੇ ਨਾਂ ਜੁੜਦੇ ਰਹੇ। ਰੰਧਾਵਾ ਜੀ, ਸਿਆਸੀ ਸਟੇਜਾਂ ਸਜਣੀ ਸ਼ੁਰੂ ਹੋ ਗਈਆਂ। ਇਸ ਤੋਂ ਪਹਿਲੇ ਤੁਸੀਂ ਦੇਖਿਆ ਹੋਏਗਾ ਕੱਲ ਜਦ 9 ਵੱਡੇ ਲੀਡਰਾਂ ਨੇ, ਵੱਡੀ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੇ ਜਦ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਸੀਗਾ ਵੀ ਸਿਸੋਦੀਆ ਦੀ ਅਰੈਸਟ ਗਲਤ ਹੈਗਾ, ਇੱਕ ਗਲਤ ਐਗਜ਼ਾਮਪਲ ਹੈਗਾ, ਡੈਮੋਕ੍ਰੇਸੀ ਨੂੰ ਖਤਰਾ ਹੈਗਾ। ਔਰ ਹੁਣ ਕਪਿਲ ਸਿੱਬਲ ਹੋਣਾ 11 ਮਾਰਚ ਨੂੰ ਜੰਤਰ ਮੰਤਰ ਦਿੱਲੀ ਦੇ ਵਿੱਚ ਆਪਣਾ ਇਨਸਾਫ ਦਾ ਇੱਕ ਨਵਾਂ ਸਟੇਜ ਸਜਾ ਰਹੇ ਨੇ। ਉਸ ਸਟੇਜ ਦੇ ਵਿੱਚ ਉਹੀ ਸਾਰੇ ਤਕਰੀਬਨ ਜਿਨ੍ਹਾਂ ਨੇ ਉਹ ਚਿੱਠੀ ਦੇ ਉੱਤੇ ਸਾਈਨ ਕੀਤੇ ਸੀਗੇ, ਭਾਵੇਂ ਉਹ ਕੇਜਰੀਵਾਲ ਹੋਣ, ਉਧਵ ਠਾਕਰੇ ਹੋਣ, ਅਖਿਲੇਸ਼ ਹੋਣ ਜਾਂ ਫਿਰ ਤੇਜਸਵੀ ਯਾਦਵ, ਹੁਣ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਸਥਿਤੀ ਕੀ ਹੈ? ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਜਦ ਸਿਆਸੀ ਟਰਾਲੀਆਂ, ਸਿਆਸੀ ਟਰੱਕ ਸੱਜ ਰਹੇ ਨੇ ਇੱਕ ਦੂਜੇ ਦੇ ਖਿਲਾਫ, ਤੇ ਉਹ ਕਿਹੜੀ ਟਰਾਲੀ 'ਚ ਬੈਠਣ। ਜੇ ਅਗਰ ਉਹ ਭਾਜਪਾ ਦੇ ਖਿਲਾਫ ਵਾਲੀ ਟਰਾਲੀ 'ਚ ਬੈਠਦੇ ਨੇ ਤੇ ਉਹਦੇ ਵਿੱਚ ਕਾਂਗਰਸ ਪਹਿਲੇ ਤੋਂ ਬੈਠੀ ਹੁੰਦੀ ਹੈ, ਜਾਂ ਦੂਜੀ ਸਟੇਜ ਦੇ ਵਿੱਚ ਆਮ ਆਦਮੀ ਪਾਰਟੀ ਬੈਠੀ ਹੁੰਦੀ ਹੈ। ਔਰ ਸੂਬੇ ਦੇ ਵਿੱਚ ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਵੀ ਲੜਾਈ ਹੈਗੀ ਹੈ, ਤੇ ਭਾਜਪਾ ਨਾਲ ਵੀ ਲੜਾਈ ਹੈਗੀ ਹੈ, ਤੇ ਕਾਂਗਰਸ ਨਾਲ ਵੀ ਲੜਾਈ ਹੈਗੀ ਹੈ। ਇਸ ਤਰ੍ਹਾਂ ਦੀ ਪੋਲੀਟੀਕਲ ਪਾਰਟੀਆਂ ਜਿਹੜੀ ਰੀਜਨਲ ਲੈਵਲ ਤੇ ਕੰਮ ਕਰ ਰਹੀਆਂ ਉਹਨਾਂ ਵਾਸਤੇ ਬਹੁਤ ਮੁਸ਼ਕਿਲ ਹੈ। ਪਰ ਕੱਲ ਜਿਹੜੀ ਇਨਸਾਫ ਕਪਿਲ ਸਿੱਬਲ ਉਹਨਾਂ ਨੇ 11 ਮਾਰਚ ਨੂੰ ਸਟੇਜ ਸਜਾਣਾ ਹੈ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਭੱਜ ਕੇ ਰਲੇ ਹੋਏ ਲੱਗਦੇ ਨੇ। ਕਾਰਨ ਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਵੀ 11 ਮਾਰਚ ਨੂੰ ਉੱਥੇ ਸ਼ਾਮਲ ਹੋਊਂਗਾ। ਹਜੇ ਇਹਦੇ ਵਿੱਚ ਕਾਂਗਰਸ ਤੇ ਨਹੀਂ, ਪਰ ਆਮ ਆਦਮੀ ਪਾਰਟੀ ਇਸ ਸਿਆਸੀ ਟਰਾਲੀ ਦੇ ਵਿੱਚ ਆਲਰੇਡੀ ਬੈਠੀ ਹੋਈ ਹੈ। ਹੁਣ ਇਹ ਗੱਲਾਂ ਅੱਗੇ ਚੱਲ ਕੇ ਕੌਣ ਉਤਰਦਾ ਹੈ, ਕੌਣ ਚੜਦਾ ਹੈ, ਇਹ ਹਜੇ ਤੇ ਇਨੀਸ਼ੀਅਲ ਸਟੇਜ ਹੈਗੀ ਹੈ ਸਿਆਸੀ ਸਟੇਜ ਸਜਾਉਣ ਦੀ। ਇਹਦੇ ਵਿੱਚ ਬਹੁਤ ਸਾਰੇ ਚੇਂਜਸ ਆਣਗੇ। ਔਰ ਕੱਲ ਹੀ ਸ਼ਰਦ ਪਵਾਰ ਜਿਹੜੇ ਐਨਸੀਪੀ ਪੰਜਾਬ ਦੇ ਮਹਾਰਾਸ਼ਟਰ ਦੇ ਵਿੱਚ ਮਹਾ ਅਗਾੜੀ ਦੀ ਸਰਕਾਰ ਚਲਾ ਰਹੇ ਸੀਗੇ, ਉਹਨਾਂ ਨੇ ਕਿਹਾ ਵੀ ਸਾਨੂੰ ਵੀ ਸਾਰਿਆਂ ਨੂੰ ਰਲ ਕੇ, ਜਿਹਦੇ ਵਿੱਚ ਕਾਂਗਰਸ ਵੀ ਇਨਕਲੂਡ ਹੈ, ਸਾਨੂੰ ਲੋਕ ਸਭਾ ਚੋਣਾਂ ਲੜਨੀ ਚਾਹੀਦੀ ਹੈ। ਹੁਣ 2 ਸਟੇਜਾਂ ਤੇ ਆ ਗਈ ਸਾਹਮਣੇ। ਤੀਜਾ ਨਿਤੀਸ਼ ਕੁਮਾਰ ਉਹਨਾਂ ਕਿੱਥੇ ਜਾਣਗੇ, ਹਜੇ ਉਹ ਗੱਲ ਕਲੀਅਰ ਨਹੀਂ ਹੈਗੀ, ਕਿਉਂਕਿ ਇਹਨਾਂ ਦੇ ਨਾਲ ਕਦੀ ਨਿਤੀਸ਼ ਕੁਮਾਰ ਉਹਨਾਂ ਵੀ ਪਿੰਗਾ ਵਧਾਉਂਦੇ ਨਜ਼ਰ ਆਉਂਦੇ ਸੀ, ਜਿਹੜੇ ਹੁਣ ਕਪਿਲ ਸਿੱਬਲ ਉਹਨਾਂ ਦੇ ਨਾਲ ਦੇਖੇ ਜਾਣਗੇ। ਇਹ ਇੱਕ ਸਿਆਸੀ ਕਨਫਿਊਜ਼ਨ ਤੇ ਬਣਿਆ ਹੋਇਆ ਕਿ ਅੱਗੇ ਚੱਲ ਕੇ ਫਾਈਨਲ ਟੀਮ ਕਿਹੜੀ ਬਣੇਗੀ। ਪਰ ਫਾਈਨਲ ਟੀਮ ਤੋਂ ਪਹਿਲੇ ਹੁਣ ਸਟੇਜ ਸਜਣੀ ਜ਼ਰੂਰ ਸ਼ੁਰੂ ਹੋ ਗਈ। ਇਹ ਗੱਲ ਤਾਂ ਠੀਕ ਹੈ। ਉਧਰ ਰਾਬੜੀ ਦੇ ਘਰ CBI ਪਹੁੰਚ ਗਈ, ਇਹਨਾਂ ਨੇ ਕਿਹਾ ਅਸੀਂ ਚਿੱਠੀ ਤੇ ਸਾਈਨ ਕਰਤੇ ਸੀ ਤਾਂ ਕਰਕੇ
ਸਸੋਦੀਆ ਸਾਹਿਬ ਨੂੰ ਜੇਲ੍ਹ ਭੇਜਤਾ, ਮੈਨੂੰ ਲੱਗਦਾ ਦਬਾਈ ਮੰਨ ਲਿਆ। ਤੇ ਮੈਂ ਹਾਸਾ ਠੱਠਾ ਕਰਦਾ ਤੇ ਅਰਥ ਆਪ ਕੱਢ ਲਿਆ ਕਰੋ ਦੋਸਤੋ, ਤੁਸੀਂ ਸਿਆਣੇ ਹੋ, ਸਾਡੀ ਕਿੰਨੀ ਕੁ ਸਮਝ ਹੈ। ਤੇ ਤੀਜੀ ਗੱਲ ਇਹ ਵੀ ਹੈ ਕਿ ਕਿਤੇ ਜਿਹਦੇ ਸਾਰੇ ਕਿਤੇ ਦੁਖੀ ਪੀੜਤ ਵਿਅਕਤੀ, ਪੀੜਤ ਧਿਰਾਂ ਇੱਕ ਪਾਸੇ ਇਕੱਠੀਆਂ ਹੋ ਜਾਣਗੀਆਂ, ਪੀੜਾ ਵੱਧਦੀ ਨਾ ਰਵੇ। ਭਾਸਕਰ ਸਾਹਿਬ 2-4 ਲਾਈਨਾਂ ਦੇ ਵਿੱਚ ਇੰਟਰਪੋਲ ਵਾਲੀ ਗੱਲ ਕਰ ਦਿਓ, ਫਿਰ ਖਤਮ ਕਰ ਦਿਓ। ਮੋੜ ਬੰਬ ਬਲਾਸਟ ਜਿਹੜਾ 2017 ਦੀ ਚੋਣਾਂ ਤੋਂ ਪਹਿਲੇ ਮੋੜ ਦੇ ਵਿੱਚ ਹੋਇਆ ਸੀ, ਜਿਹਦੇ ਵਿੱਚ 23 ਤੋਂ ਵੱਧ ਲੋਕ ਇੰਜਰਡ ਹੋ ਗਏ ਸੀ, 7 ਇਨਕਲੂਡਿੰਗ ਬੱਚੇ ਉਹ ਮਾਰੇ ਗਏ ਸੀਗੇ। ਉਹਦੇ ਵਿੱਚ ਹੁਣ ਉਹ ਇਨਵੈਸਟੀਗੇਸ਼ਨ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਤੁਹਾਨੂੰ ਯਾਦ ਹੋਏਗਾ ਜਦ ਮੋੜ ਬਲਾਸਟ ਦੇ ਤਾਰ ਉਹ ਸਿਰਸੇ ਵਾਲੇ ਡੇਰਾ ਨਾਲ ਜੁੜੇ ਸੀਗੇ ਤੇ ਉਹ ਪ੍ਰੋਬ, ਉਹ ਇਨਵੈਸਟੀਗੇਸ਼ਨ ਤਕਰੀਬਨ ਰੁਕ ਗਈ ਲੱਗਦੀ ਸੀ, ਪਰ ਹੁਣ ਫੇਰ ਚਾਲੂ ਹੋਈ ਹੈ। ਇੰਟਰਪੋਲ ਨੇ ਪੰਜਾਬ ਪੁਲਿਸ ਦੇ ਕਹਿਣ ਦੇ ਉੱਤੇ ਹੁਣ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਨੇ ਉਹਨਾਂ ਡੇਰਾ ਪ੍ਰੇਮੀਆਂ ਦੇ ਖਿਲਾਫ ਜਿਨ੍ਹਾਂ ਦਾ ਨਾਮ ਮੋੜ ਬੰਬ ਬਲਾਸਟ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਸੀ। ਇਹ ਜਿਹੜੇ ਐਕਿਊਜ਼ ਨੇ ਜਿਨ੍ਹਾਂ ਦੇ ਖਿਲਾਫ ਇਹ ਨੋਟਿਸ ਜਾਰੀ ਹੋਇਆ, ਇਹ ਹੈਗੇ ਨੇ ਅਮਰੀਕ ਸਿੰਘ, ਇਹ 52 ਸਾਲ ਦੇ ਹੈਗੇ ਨੇ, ਅਵਤਾਰ ਸਿੰਘ 47 ਸਾਲ ਦਾ, ਔਰ ਤੀਜਾ ਗੁਰਤੇਜ ਸਿੰਘ। ਇਹਨਾਂ ਦੇ ਖਿਲਾਫ ਕਿਉਂਕਿ ਇਹ ਆਪਣੀ ਪਾਸਪੋਰਟ ਤੇ ਇਹਨਾਂ ਦੇ ਪਹਿਲੇ ਰਿਵੋਕ ਜਾਂ ਸਸਪੈਂਡ ਜਾਂ ਕੈਂਸਲ ਹੋ ਚੁੱਕੇ ਨੇ, ਪਰ ਹਜੇ ਬਾਹਰ ਦੇ ਦੇਸ਼ਾਂ ਦੇ ਵਿੱਚ ਘੁੰਮਦੇ ਪਏ ਨੇ। ਇੰਟਰਪੋਲ ਦੇ ਇਸ ਨੋਟਿਸ ਤੋਂ ਬਾਅਦ ਇਹਨਾਂ ਨੂੰ ਫੜਨਾ ਆਸਾਨ ਵੀ ਹੋਏਗਾ, ਔਰ ਇਹਨਾਂ ਨੂੰ ਫੜ ਕੇ ਜਦ ਇੰਡੀਆ ਲੈ ਕੇ ਆਉਂਦੇ ਨੇ ਤੇ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵੀ ਤੋਰਿਆ ਜਾ ਸਕਦਾ ਹੈ। ਅਕਾਲੀ ਦਲ ਦੇ ਉੱਤੇ ਬਹੁਤ ਵਾਰ ਇਲਜ਼ਾਮ ਲੱਗਿਆ ਹੈ ਕਿ ਤੁਸੀਂ ਮੋੜ ਬੰਬ ਬਲਾਸਟ ਦੀ ਇਨਵੈਸਟੀਗੇਸ਼ਨ ਨੂੰ ਆਪਣੇ ਰਾਜ ਦੇ ਵਿੱਚ ਅੱਗੇ ਨਹੀਂ ਵਧਾਇਆ, ਪਰ ਚਲੋ ਹੁਣ ਤੇ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਇਦਾਂ ਦੇ ਇਲਜ਼ਾਮ ਲੱਗਦੇ ਸੀ, ਕਿਉਂਕਿ 2017 ਤੋਂ ਬਾਅਦ ਤੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਆ ਗਈ ਸੀ, ਪਰ ਹੁਣ ਇਹ ਇਨਵੈਸਟੀਗੇਸ਼ਨ ਅੱਗੇ ਵਧਦੀ ਹੋਈ ਜ਼ਰੂਰ ਨਜ਼ਰ ਆਉਂਦੀ। ਲੰਘੇ ਦਿਨ SIT LK ਯਾਦਵ ਵਾਲੀ ਨੇ ਵੀ ਕੁਝ ਅਫਸਰਾਂ ਨੂੰ, ਪੁਲਿਸ ਅਫਸਰਾਂ ਤੇ IAS ਅਫਸਰਾਂ ਨੂੰ ਸੱਦਿਆ ਸੀਗਾ, ਉਹਨਾਂ ਦੀ ਪੁੱਛਗਿੱਛ ਹੋਈ। ਕੋਟਕਪੂਰਾ ਗੋਲੀ ਮਾਮਲੇ ਦੇ ਵਿੱਚ ਕਿਹਦੀ ਕੀ ਭੂਮਿਕਾ ਜਾਂ ਕਿਹਦੇ ਕੋਲੋਂ ਕੀ ਜਾਣਕਾਰੀ ਮਿਲ ਸਕਦੀ ਆ, ਇਹਦੇ ਉੱਤੇ ਕੱਲ ਕਾਫੀ ਲੰਬਾ ਸਮਾਂ ਇਨਵੈਸਟੀਗੇਸ਼ਨ ਜਾਂਚ ਦੇ ਵਿੱਚ ਇਹ ਲੋਕ ਸ਼ਾਮਲ ਹੋਏ, ਜਿਨ੍ਹਾਂ ਦੇ ਵਿੱਚ ਸਾਬਕਾ DGP ਇਕਬਾਲਪ੍ਰੀਤ ਸਿੰਘ ਸਹੋਤਾ, ਆਫੀਸ਼ੀਏਟਿੰਗ DGP ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਲੈ ਕੇ ਉਹ ਲੋਕ ਗਗਨਦੀਪ ਬਰਾੜ ਸਣੇ ਕਈ ਲੋਕ ਇਹ ਸ਼ਾਮਲ ਹੋਏ। ਤੇ ਇਸੇ ਤਰ੍ਹਾਂ ਇਹ ਚਾਰਜ ਸ਼ੀਟ ਦੇ ਉੱਤੇ 23 ਮਾਰਚ ਨੂੰ ਉਹ ਸਾਰੀਆਂ ਧਿਰਾਂ ਜਿਨ੍ਹਾਂ 'ਚ ਬਾਦਲ ਔਰ ਸਮੇਤ ਸੈਣੀ, ਉਮਰਾ ਨੰਗਲ, ਸਾਰਿਆਂ ਨੂੰ ਇੱਕ ਵਾਰੀ ਕੋਰਟ ਨੇ ਵੀ ਸਮਨ ਕਰ ਲਿਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।